सतनाम वाहिगुरु साहिब जियो। बिलावल महला तीजा। पूरे गुर ते वडियाई पाई। अचिंत नाम वसिया मन आई। पूरे गुर ते वडियाई पाई। अचिंत नाम वसिया मन आई। हूँ मैं माया शब्द जलाई। दर साचै गुर ते शोभा पाई। जगदीश सेवों मैं अवर न काजा। अन दिन आनंद होवै मन मेरै। गुरमुख मांगो तेरा नाम निवाजा। रहा मन की प्रतीत मन ते पाई। पूरे गुर ते शब्द बुझाई। जीवन मरण को समसर वेखै। बाहुड़ ना मरै ना जम पेखै। कर ही मैं सब कोट निधान। सतगुर दिखाए गया अभिमान। सद ही लागा सहज ध्यान। अन दिन गावै एको नाम। इस जुग में वडियाई पाई। पूरे गुर ते नाम तिहाई। जह देखा तह रहा समाई। सदा सुखदाता कीमत नहीं पाई। पूरे भाग गुर पूरा पाया। अंतर नाम निधान दिखाया। गुर का शब्द अत मीठा लाया। नानक तृष्ण बुझी मन तन सुख पाया। पूरे भाग गुर पूरा पाया। अंतर नाम निधान दिखाया। गुर का शब्द अत मीठा लाया। नानक तृष्ण बुझी मन तन सुख पाया। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी अपार बख्शिश। शाम समय सत्संगत दे ये पल असी प्राप्त किए ने। लड़ीवार गुरबाणी व्याख्यान अंदर बिलावल राग ते गुरु अमरदास साहब द्वारा उच्चारण किया पावन संदेश प्राप्त है। शब्द आपने बाणी रूप विच सरवण पाया है। अगलेरे समय असी ना पावन बचना दे विचार करांगे। रहाओ दे बंद तो विचार का आगाज कर रहे हैं। धन गुरु पातशाह बयान कर दे। जगदीश सेवों मैं अवर न काजा। अन दिन आनंद होवै मन मेरा। गुरमुख मांगो तेरा नाम निवाजा। गुरु पातशाह की पावन बाणी दे विच कुछ चीज़ों के उत्ते एम्फेसाइज करने वास्ते जोर देने वास्ते जिवें आम जबान विच भी कई बार असीं करते हाँ कि जदों किसी जो चीज़ नूं बहुत प्रैफरेंस देनी होए तो असीं मुहावरेदार लैंगुएज विच कई बार गल करते हैं। जिवें सपोज कैनेडियन बॉर्न किड होए तो उसनूं तुसीं कोई काम करने वास्ते कहो। तुसीं उन्होंने क्या कि तू ना कोई चीज़ है स्पैसीफिक इसनूं बाहर रखिया।
ਉਹ ਕਹਿੰਦਾ ਓਕੇ ਆਈ ਵਿਲ ਡੂ ਦੈਟ। ਤੁਸੀਂ ਕਿਹਾ ਵੀ ਠੀਕ ਹੈ ਭਾਈ ਕਰ ਦੇਗਾ। ਕੋਈ 10-15 ਸੈਕਿੰਡ ਨਿਕਲ ਗਏ, ਤੁਸੀਂ ਉਹਨੂੰ ਦੁਬਾਰਾ ਰਿਮਾਈਂਡ ਕਰਾਇਆ ਕਿ ਬੇਟਾ ਆਈ ਹੈਵ ਟੋਲਡ ਯੂ ਪਲੀਜ਼ ਟੇਕ ਇਟ ਆਊਟ, ਐਕਚੁਅਲੀ ਯੂ ਹੈਵ ਟੂ ਲੀਵ ਇਟ ਆਊਟਸਾਈਡ। ਉਹ ਫਿਰ ਕਹਿੰਦਾ ਕਿ ਆਈ ਵਿਲ ਡੂ ਦੈਟ। ਫਿਰ 20 ਮਿੰਟ ਲੰਘ ਗਏ, ਫਿਰ ਵੀ 25 ਸੈਕਿੰਡ 30 ਸੈਕਿੰਡ ਲੰਘ ਗਏ, ਫਿਰ ਤੀਸਰੀ ਕੁ ਵਾਰ ਫਿਰ ਕਹਿ ਤਾ। ਹੁਣ ਪੇਸ਼ੈਂਸ ਤੇ ਇੰਨਾ ਕੀ ਹੁੰਦਾ ਸਾਡੇ 'ਚ ਵੀ, ਚੌਥੀ ਜਾਂ ਪੰਜਵੀਂ ਵਾਰ ਡੈਫੀਨੇਟਲੀ ਸਾਡੀ ਜਿਹੜੀ ਵੋਇਸ ਹੈ ਉਹਦਾ ਵੋਲਿਊਮ ਵੀ ਥੋੜ੍ਹਾ ਹਾਈ ਹੋ ਜਾਏਗਾ, ਟੋਨ ਵੀ ਡਿਫਰੈਂਟ ਹੋਏਗੀ। ਅਤੇ ਜੇ ਬਿਲਕੁਲ ਸਿੰਪਲ ਅਤੇ ਸਰਲ ਪੰਜਾਬੀ ਬੋਲਣ ਵਾਲਾ ਸ਼ਖਸ ਆ, ਉਹ ਕਹਿ ਉੱਠੇਗਾ ਵੀ ਤੂੰ ਕਦੋਂ ਜਾਏਗਾ ਭਾਈ, ਤੈਨੂੰ 100 ਵਾਰੀ ਤੇ ਕਹਿ ਤਾ ਬਾਹਰ ਰੱਖ ਕੇ ਆ। ਅਤੇ ਬੱਚਾ ਜੇ ਵਾਕਿਆ 'ਚ ਹੀ ਕੈਨੇਡੀਅਨ ਬੋਰਨ ਕਿਡ ਹੋਏਗਾ ਅਤੇ ਹੀ ਔਰ ਸ਼ੀ ਮਾਈਟ ਆਨਸਰ that no, you haven't asked me or told me 100 times, you have only said 3 or 4 times. ਹੁਣ ਤੂੰ ਐਵੇਂ ਕਿਵੇਂ ਕਹਿ ਰਿਹਾ ਕਿ ਤੂੰ 100 ਵਾਰੀ ਕਹਿ ਤਾ, ਤੂੰ ਤਾਂ 3-4 ਵਾਰੀ ਕਿਹਾ ਸਾਰਾ। ਹੁਣ 100 ਵਾਰੀ ਤਾਂ ਨਹੀਂ ਕਿਹਾ ਹੁੰਦਾ, ਪਰ ਆਪਾਂ ਵਰਡ ਆਮ ਯੂਜ਼ ਕਰਦੇ ਹਾਂ। ਤੈਨੂੰ 100 ਵਾਰੀ ਕੀ ਇਹ ਗੱਲ ਮੀਨ ਐਮਫਸਾਈਜ਼ ਕਰਨ ਵਾਸਤੇ, ਜ਼ੋਰ ਦੇਣ ਵਾਸਤੇ ਕਿ ਭਾਈ ਇਹ ਗੱਲ ਇੰਪੋਰਟੈਂਟ ਆ, ਤੈਨੂੰ ਕਿਹਾ ਹੈਗਾ ਤੂੰ ਮੰਨੀ ਨਹੀਂ। ਸੋ ਇਸ ਰੂਪ ਵਿੱਚ ਬਾਤ ਆਉਂਦੀ ਹੈ। ਇਸ ਨੂੰ ਜੋ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਅਤੇ ਮਹਾਰਾਜ ਦੀ ਸ਼ਬਦਾਂ 'ਚ ਪੜ੍ਹੀਏ, ਜਿਵੇਂ ਰਹਿਰਾਸ ਵਿੱਚ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ। ਹੁਣ ਇਸ ਨੂੰ ਅਵਰ ਕਾਜ ਨੂੰ ਜੇ ਆਪਾਂ ਸਾਰੇ ਹੋਰ ਕੰਮਾਂ ਕਾਰਾਂ ਨਾਲ ਜੋੜ ਕੇ ਦੇਖ ਲਈਏ ਅਤੇ ਬਾਬਾ ਜੀ ਨੇ ਤਾਂ ਕੋਈ ਕੰਮ ਸਾਨੂੰ ਕਿਹਾ ਹੀ ਨਹੀਂ ਵੀ ਨਹੀਂ ਕਰਨਾ, ਤੁਸੀਂ ਸਾਰੇ ਕੰਮ ਜ਼ਰੂਰੀ ਨੇ। ਇੱਥੇ ਤੇ ਅਸੀਂ ਸ਼ਬਦ ਪੜ੍ਹਦੇ ਹਾਂ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਪਰਿਵਾਰ ਨੂੰ ਭਲਾ ਕਿਹਾ, ਪਰਿਵਾਰਕ ਜ਼ਿੰਮੇਵਾਰੀਆਂ ਭਲਾਈ ਦੀ ਕਾਰਜ ਨੇ। ਇੱਥੇ ਤੇ ਸਾਨੂੰ ਬਿਆਨ ਕੀਤਾ ਉਦਮ ਕਰੇਂਦੇ ਹਾਂ ਜੀਉ ਤੂੰ ਕਮਾਉਂਦੇ ਹਾਂ ਸੁਖ ਪੁੰਜ। ਤੂੰ ਉਦਮ ਕਰਨਾ ਹੈ, ਤੂੰ ਕਮਾਈ ਕਰਨੀ ਹੈ, ਤੂੰ ਮੁਸ਼ੱਕਤ ਕਰਨੀ ਹੈ, ਤੂੰ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਪਰ ਇੱਥੇ ਬਾਬਾ ਜੀ ਕਹਿੰਦੇ ਅਵਰ ਕਾਜ, ਜਿਵੇਂ ਅੱਜ ਦਾ ਸ਼ਬਦ ਇਹ ਹੈ, ਸਾਹਿਬ ਬਿਆਨ ਕਰਦੇ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ। ਮੈਂ ਸਿਰਫ ਜਗਦੀਸ਼ ਦੀ ਸੇਵਾ 'ਚ ਲੱਗਾ, ਮੈਨੂੰ ਹੋਰ ਕੋਈ ਕੰਮ ਹੀ ਨਾ ਹੋਏ, ਕਾਜ ਹੀ ਨਾ ਹੋਏ। ਹੁਣ ਇਹ ਐਮਫਸਾਈਜ਼ ਕੀਤਾ ਜਾ ਰਿਹਾ ਹੈਗਾ, ਇੱਕ ਰੂਪ ਵਿੱਚ ਲੈ ਲਏ ਇਸ ਬਾਤ ਨੂੰ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਜੇ ਦੇਖਿਆ ਜਾਏ ਤੇ ਸੰਸਾਰ ਇੱਕ ਗੁਜਰਾਨ ਹੈ। ਗੁਜਰਾਨ ਮੀਨ ਇਹਦੇ 'ਚ ਅਸੀਂ ਆਏ ਹਾਂ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਜਿਵੇਂ ਗਵਾਲੇ ਆਉਂਦੇ ਨੇ, ਗੁੱਜਰ ਆਉਂਦੇ ਨੇ ਪਸ਼ੂਆਂ ਨੂੰ ਲੈ ਕੇ, ਅਤੇ ਉਹ ਥੋੜ੍ਹਾ ਸਮਾਂ ਪੜਾਅ ਪਾਉਂਦੇ ਨੇ, ਫਿਰ ਉਹ ਅੱਗੇ ਚਲੇ ਜਾਂਦੇ ਨੇ। ਸਾਡੀ ਵੀ ਰੂਹ ਦਾ ਇੱਕ ਸਫ਼ਰ ਇਸੇ ਤਰ੍ਹਾਂ ਇਹਨਾਂ ਤੱਤਾਂ ਦੇ ਨਾਲ ਇਹਦੀ ਆਮਦ ਹੋਈ ਹੈ। ਕੁਝ ਸਮਾਂ ਇਸਨੇ ਇਹ ਚੋਗਾ ਹਟਾਉਣਾ ਆ, ਜਿਹਨੂੰ ਸਾਹਿਬ ਨੇ ਬਿਆਨ ਕੀਤਾ ਸੀਗਾ ਕਿ ਜਿਹੜਾ ਇਹ ਸਰੀਰ ਆ ਇਹ ਇੱਕ ਕੱਪੜੇ ਦੀ ਨਿਆਈ ਹੈ। ਕੁਝ ਸਮਾਂ ਪਾਇਆ ਆ ਅਤੇ ਇੱਕ ਸਮੇਂ ਤੋਂ ਬਾਅਦ ਅਸੀਂ ਇਸ ਨੂੰ ਤਿਆਗ ਦੇਵਾਂਗੇ, ਇਸ ਰੂਪ ਦੇ ਵਿੱਚ ਲਿਆ ਜਾਏ। ਸੋ ਇਹ ਹੈ ਕਿ ਇਸ ਅਹਿਸਾਸ ਨੂੰ ਬੰਦੇ ਆਪਣੀ ਸੁਰਤ 'ਚ ਪਾ, ਅਤੇ ਫਿਰ ਜਿਹੜੇ ਇੱਥੇ ਰਹਿਣ ਗੋਚਰੇ ਤੇਰੇ ਕੰਮ ਕਾਜ ਨੇ ਉਹਨਾਂ 'ਤੇ ਵੀ ਫਿਰ ਤੇਰਾ ਜਿਹੜੀ ਤੇਰੀ ਐਫਰਟ ਆ, ਤੇਰਾ ਯਤਨ ਆ, ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਐਸਾ ਨਾ ਹੋਏ ਕਿ ਜਿਹਨੂੰ ਮਹਾਰਾਜ ਦੀ ਬਾਣੀ ਨੇ ਕਿਹਾ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਜਾਏ ਬਹੇ। ਕਿਆ ਕੋਠੇ ਮੰਡਪ ਮਾੜੀਆਂ ਉਸਾਰਨੇ ਨੇ? ਉਸਾਰਨੇ ਜ਼ਰੂਰੀ ਨੇ, ਪਰ ਇਹ ਉਸਾਰਦਿਆਂ ਹੋਇਆਂ ਅਲਟੀਮੇਟਲੀ ਇੱਥੋਂ ਵਿਦਾਇਗੀ ਵੀ ਹੁੰਦੀ ਹੈ। ਕੋਠੇ ਮੰਡਪ ਮਾੜੀਆਂ ਮਕਾਨ ਇਸ ਤਰ੍ਹਾਂ ਨਾ ਸੋਚੋ ਕਿ ਇਹ ਸਦੀਵ ਕਾਲੀ ਮੇਰੇ ਨੇ ਜਾਂ ਮੈਂ ਇੱਥੇ ਰਹਿਣਾ ਹੀ ਰਹਿਣਾ ਆ। ਹਾਂ, ਥੋੜ੍ਹੇ ਸਮੇਂ ਲਈ ਧਰਤੀ ਦੇ ਉੱਤੇ ਕੁਛ ਚੀਜ਼ਾਂ ਦੀ ਕਸਟਡੀ ਮਿਲਦੀ ਹੈ, ਕਸਟੋਡੀਅਨ ਹੁੰਦੇ ਹਾਂ ਅਸੀਂ, ਉਹਨਾਂ ਦੀ ਜ਼ਿੰਮੇਵਾਰੀ ਅਸੀਂ ਅਦਾ ਕਰਦੇ ਹਾਂ, ਅਤੇ ਅਲਟੀਮੇਟਲੀ ਕੋਠੇ ਮੰਡਪ ਮਾੜੀਆਂ ਇੱਥੇ ਹੀ ਰਹਿ ਜਾਂਦੇ ਨੇ, ਬਸੇ
ਉਸੇ ਤਰ੍ਹਾਂ ਬਣੇ ਉਸਰੇ ਤੇ ਬੰਦੇ ਦੀ ਵਿਦਾਇਗੀ ਹੋ ਜਾਂਦੀ। ਫਰੀਦਾ ਕੋਠੀ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ। ਤੇ ਜਿਨ੍ਹਾਂ ਨੇ ਇੱਕ ਸ਼ਲੋਕ ਹੋਰ ਬਾਬਾ ਫਰੀਦ ਜੀ ਅਸੀਂ ਪੜ੍ਹਦੇ ਹਾਂ, ਫਰੀਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ, ਜਿਨ੍ਹਾਂ ਨੇ ਬਹੁਤ ਚਿੱਤ ਲਾ ਲਿਆ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਕੂੜਾ ਸੌਦਾ ਕਰ ਗਏ, ਫਿਰ ਉਹ ਸੌਦਾ ਝੂਠਾ ਹੋ ਗਿਆ। ਮਤਲਬ ਇਹਨੂੰ ਹੋਰ ਸਿੰਪਲ ਕੀਤਾ ਜਾਏ, ਬੰਦਾ ਜਦੋਂ ਬਹੁਤ ਜ਼ਿਆਦਾ ਇਹ ਸ਼ਬਦ 'ਚ ਨਾ ਮਾਇਆ ਦੀ, ਲਾਲਚ ਦੀ ਇਹੋ ਜਿਹੀ ਗੱਲ ਕਾਫੀ ਆਏਗੀ, ਕਿਉਂਕਿ ਅਵਰ ਕਾਜ ਇਸੇ ਤਰੀਕੇ ਦੇ ਨਾਲ ਨੇ। ਜਿਹਨੂੰ ਸਿੰਪਲ ਕੀਤਾ ਜਾਏ, ਬਾਣੀ ਨੇ 5 ਫੋਰਸਿਸ ਦੀ ਬੜੀ ਗੱਲ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, the 5 main forces which leads us out, which actually provides leading role in our lives. ਬੰਦਾ ਸਵੇਰੇ ਉੱਠਦਾ ਆ ਤੇ ਅਲਾਰਮ ਵੱਜ ਰਿਹਾ ਤੇ ਬੰਦੇ ਨੂੰ ਨੀਂਦ ਆ ਰਹੀ ਹੈ ਤੇ ਬੰਦਾ ਸੋਚਦਾ ਅਲਾਰਮ ਬੰਦ ਹੀ ਹੋ ਜਾਏ, ਝੂਠ ਹੀ ਹੋ ਜਾਏ, ਮਤਲਬ ਮੇਰਾ ਸੁਪਨਾ ਹੀ ਹੋਏ ਪਰ ਅਲਾਰਮ ਨਾ ਹੀ ਵੱਜਦਾ ਹੋਏ, ਪਰ ਉਹ ਅਲਾਰਮ ਤੇ ਵੱਜ ਰਿਹਾ। ਫਿਰ ਬੰਦੇ ਨੂੰ ਅੱਖਾਂ ਖੋਲ੍ਹਦੀਆਂ, ਫਿਰ ਉਹਨੂੰ ਉੱਠ ਕੇ ਕੰਮ ਤੇ ਜਾਣਾ ਪੈਂਦਾ। ਹੁਣ ਉੱਠਣ ਨੂੰ ਜੀ ਨਹੀਂ ਕਰਦਾ, ਉਹ ਤਾਂ ਕੰਮ ਤੇ ਜਾਣ ਨੂੰ ਜੀ ਵੀ ਨਹੀਂ ਕਰਦਾ, ਪਰ ਅਲਟੀਮੇਟਲੀ ਕੋਈ ਫੋਰਸ ਹੈ ਜਿਹੜੀ ਚਲਾਉਂਦੀ ਹੈ, ਉਹ ਲਾਲਚ ਹੈ। ਉਹਨੂੰ ਪਤਾ ਹੈ ਜੇ ਕੰਮ ਤੇ ਨਾ ਗਿਆ ਮੈਂ ਤੇ ਮੈਨੂੰ ਪੇ ਚੈੱਕ ਨਹੀਂ ਮਿਲੇਗਾ, ਮੇਰੀ ਜਿਹੜੀ ਹੈ ਜੌਬ ਚਲੀ ਜਾਏਗੀ, ਮੇਰੀਆਂ ਆਹ ਚੀਜ਼ਾਂ ਰੁਕ ਜਾਣਗੀਆਂ। ਇਹ ਲਾਈਫ ਚਲਾਉਣ ਵਾਸਤੇ ਕੁਦਰਤ ਨੇ ਇੱਕ ਫੋਰਸ ਪਾਈ ਹੈ। ਇਨ ਬਿਨ ਮੋਹ, ਜਿਹਦਾ ਡੀਪ ਲੈਵਲ 'ਤੇ ਰੰਗ ਲਸਟ ਬਣਦਾ ਆ। ਜੇ ਹੋਰ ਅਗਲੇ ਲੈਵਲ 'ਤੇ ਦੇਖੀਏ ਤੇ ਬੰਦਾ ਜਿਹੜੀ ਆਪਣੀ ਪ੍ਰੈਜ਼ੈਂਸ ਹੈ ਧਰਤੀ 'ਤੇ, ਆਪਣੀ ਜਿਹੜੀ ਕਹਿ ਲਓ ਕਿ ਡਿਗਨਿਟੀ ਦੀ ਗੱਲ ਆ, ਉਹਦੇ ਵਿੱਚ ਈਗੋ ਵੀ ਆਉਂਦੀ ਇੱਕ ਲੈਵਲ 'ਤੇ, ਇੱਕ ਲੈਵਲ 'ਤੇ ਐਂਗਰ, ਜਿਹੜਾ ਗੁੱਸੇ ਦਾ ਭਾਵ ਵੀ ਆਉਂਦਾ ਆ। ਸੇ ਵੀ ਨਾਲ ਹੀ ਰਿਲੇਟ ਕਰਦੀਆਂ ਨੇ ਚੀਜ਼ਾਂ। ਇਹ ਫੋਰਸਿਸ ਨਾਲ ਨਾਲ ਇਸ ਰੂਪ ਵਿੱਚ ਬੰਦੇ ਨੂੰ ਲੈ ਕੇ ਤੁਰਦੀਆਂ, ਚਲਾਉਂਦੀਆਂ। ਪਰ ਬਾਣੀ ਕਹਿੰਦੀ ਹੈ ਇਹਨਾਂ ਫੋਰਸਿਸ ਦਾ ਪੋਜ਼ੀਟਿਵ ਪੱਖ ਜਿਹੜਾ ਹੈ, ਪੋਜ਼ੀਟਿਵ ਇੰਪੈਕਟ ਆ, ਉਹ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਆ। ਹੁਣ ਕਿਸੇ ਐਥਿਕਸ ਦੇ ਉੱਤੇ, ਕਿਸੇ ਪ੍ਰਿੰਸੀਪਲਸ ਦੇ ਉੱਤੇ ਬੰਦਾ ਚੱਲੇ ਤੇ ਇਹ ਫੋਰਸਿਸ, ਇਹਨਾਂ ਨੂੰ ਫਿਰ ਮੈਟਾਫੋਰਿਕ ਵੇ ਦੇ ਨਾਲ ਸਾਡੇ ਲਿਟਰੇਚਰ 'ਚ ਬਹੁਤ ਕਮਾਲ ਦੇ ਤਰੀਕੇ ਨਾਲ ਇਹਨੂੰ ਸਮਝਾਇਆ ਗਿਆ। ਜਿਵੇਂ ਅੱਗ ਆ, ਘਰ ਦੇ ਵਿੱਚ ਬਲ ਜੇ ਕਿਤੇ ਤੇ ਉਹ ਸਾਰੇ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਪਰ ਕੋਈ ਹਾਊਸ ਹੋਲਡ ਦੇਖੋ, ਜਿਸ ਹਾਊਸ ਹੋਲਡ ਦੇ ਵਿੱਚ ਹਰ ਰੋਜ਼ ਅੱਗ ਨਾ ਬਲਦੀ ਹੋਏ, ਚੁੱਲ੍ਹਾ ਸਾਰਿਆਂ ਦੇ ਘਰ 'ਚ ਬਲ ਰਿਹਾ। ਉਹ ਭਾਵੇਂ ਇਹਨਾਂ ਮੁਲਕਾਂ ਦੇ ਵਿੱਚ ਇਲੈਕਟ੍ਰਿਕ ਸਟੋਵਸ ਨੇ, ਭਾਵੇਂ ਉਹ ਗੈਸ ਰਿਲੇਟਡ ਸਟੋਵਸ ਨੇ, ਪਰ ਚੱਲ ਰਹੇ ਨੇ। ਇਹ ਕੀ ਹੈ, ਬੜੇ ਕੰਟਰੋਲਡ ਮੈਨਰਸ ਦੇ ਵਿੱਚ। ਜਿਵੇਂ ਹੀ ਉਹ ਅਨਕੰਟਰੋਲਡ ਹੋਣਗੇ, ਜਿਵੇਂ ਹੀ ਉਹ ਆਊਟ ਆਫ ਲਿਮਿਟ ਹੋਣਗੇ, ਘਰ ਨਹੀਂ ਬਚੇਗਾ। ਹਾਲਾਂਕਿ ਘਰ ਚੁੱਲ੍ਹੇ ਦੇ ਦੁਆਲੇ ਚੱਲਦਾ ਸਾਰਾ, ਉੱਥੇ ਸਵੇਰੇ ਬ੍ਰੇਕਫਾਸਟ ਬਣ ਰਿਹਾ, ਲੰਚ ਬਣ ਰਿਹਾ, ਡਿਨਰ ਬਣ ਰਿਹਾ, ਸਭ ਉਹ ਸਾਰਾ ਉਹ ਮੇਨ ਸੋਰਸ ਆ। ਪਰ ਉਹੀ ਮੇਨ ਸੋਰਸ ਜੇ ਕਿਤੇ ਥੋੜ੍ਹਾ ਜਿਹਾ ਆਊਟ ਆਫ ਕੰਟਰੋਲ ਹੋ ਜਾਏ ਤੇ ਕੀ ਹੋਏਗਾ? ਸਭ ਸੜ ਕੇ ਸਵਾਹ ਹੋ ਜਾਏਗਾ। ਐਗਜ਼ੈਕਟਲੀ ਸਾਡੇ ਜੀਵਨ ਦੇ ਵਿੱਚ ਜਿਹੜੇ ਹੋਰ ਸਾਰੇ ਕਾਜ ਨੇ, ਉਹ ਕਿਸੇ ਕੰਟਰੋਲਡ ਮੈਨਰ ਦੇ ਵਿੱਚ ਨੇ। ਉਹਨਾਂ ਨੂੰ ਅਸੀਂ ਜਿਵੇਂ ਹੀ ਡਿਸਿਪਲਿਨ ਉਹਨਾਂ ਦਾ ਛੱਡਾਂਗੇ, ਜੀਵਨ ਦਾ ਜਿਹੜਾ ਹੋਰ ਵੀ ਲੈ ਲਈਏ ਲੈਵਲ ਇਸ ਤਰੀਕੇ ਨਾਲ, ਬੰਦੇ ਨੂੰ ਦੋ ਚੀਜ਼ਾਂ ਬਹੁਤ ਅਕਾਂਦੀਆਂ ਤੇ ਥਕਾਉਂਦੀਆਂ ਨੇ। ਨੰਬਰ 1 ਰੂਟੀਨ, ਕਿਉਂਕਿ ਜਿਹੜੀ ਰੂਟੀਨ ਆ, ਬੰਦੇ ਨੂੰ ਲੱਗਦਾ ਕਿ ਨਹੀਂ ਰੂਟੀਨ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਦੀ ਵੀ। ਐਕਚੁਅਲ ਲੈਵਲ 'ਤੇ ਕਾਇਨਾਤ ਸਾਰੀ ਕਿਸੇ ਰੂਟੀਨ 'ਚ ਰੋਟੇਟ ਹੁੰਦੀ ਹੈ। ਤੁਸੀਂ ਦੇਖੋ ਧਰਤੀ ਦਾ ਘੁੰਮਣਾ, ਆ ਤਾਰੇ ਸਿਆਰਿਆਂ ਦਾ ਘੁੰਮਣਾ, ਮਤਲਬ ਇਹਨਾਂ 'ਚੋਂ ਕੋਈ ਚੀਜ਼ ਵੀ ਆਪਣੀ ਰੂਟੀਨ ਤੋੜ ਦੇ, ਕੀ ਹੋਏਗਾ? ਸੀਜ਼ਨ ਟਾਈਮ ਨਾਲ ਨਹੀਂ ਬਦਲੇਗਾ, ਦਿਨ ਰਾਤ ਟਾਈਮ ਨਾਲ ਨਹੀਂ ਹੋਏਗਾ। ਹਰ ਚੀਜ਼ ਜਿਹੜੀ ਉਸ ਰੂਪ ਦੇ ਵਿੱਚ, ਈਵਨ ਹੋਰ ਤੁਸੀਂ ਡੀਪ ਲੈਵਲ 'ਤੇ ਚਲੇ ਜਾਓਗੇ ਤੇ ਪਤਾ ਲੱਗੇਗਾ ਹਰ ਚੀਜ਼ ਦਾ ਕਿੰਨਾ ਇੰਪੈਕਟ ਆ ਇਸੇ ਜਿੰਨੀ ਲਾਈਫ ਧਰਤੀ ਗਲੋਬ ਦੇ ਉੱਤੇ ਫੈਲੀ ਹੋਈ ਹੈ। ਪਰ ਇਹ ਹਿਊਮਨ ਬੀਇੰਗ ਜਿਹੜਾ ਆ, ਇਹ ਸੋਚਦਾ ਆ ਕਿ ਨਹੀਂ ਐਕਚੁਅਲੀ ਨਾ, ਜੋ ਮੇਰੇ ਮਨ ਦੀਆਂ ਖਾਹਿਸ਼ਾਂ, ਇੱਛਾਵਾਂ, ਵਿਸ਼ੇਜ਼ ਨੇ, ਉਹ ਸਾਰੀਆਂ ਮੇਰੇ ਮੁਤਾਬਕ ਫੁੱਲਫਿਲ ਹੋ ਜਾਣ ਤੇ ਮੈਨੂੰ ਕੋਈ ਕਿਸੇ ਕਿਸਮ ਦਾ ਰੂਟੀਨ
ਇੱਕੋ ਚੀਜ਼ ਵਿੱਚੋਂ ਲੈ ਕੇ ਆਉਂਦੀ ਹੈ, ਉਹ ਹੈ ਅਕਾਊਂਟੇਬਿਲਿਟੀ। ਕਿਉਂਕਿ ਜਦੋਂ ਬੰਦੇ ਨੂੰ ਇਹ ਕਿਹਾ ਜਾਂਦਾ ਕਿ ਭਾਈ ਤੇਰੀ ਰਿਸਪੋਂਸੀਬਿਲਿਟੀ ਹੈ, ਅਕਾਊਂਟੇਬਲ ਆ ਤੂੰ ਇਹਦੇ ਵਾਸਤੇ, ਆਹ ਚੀਜ਼ ਇੰਨੇ ਵਜੇ ਹੋਣੀ ਚਾਹੀਦੀ, ਆਹ ਕੰਮ ਹੋਣਾ ਚਾਹੀਦਾ ਹੈਗਾ, ਆਹ ਰੂਪ ਜਿਹੜਾ ਆ ਇਹ ਬੰਦੇ ਨੂੰ ਅਕਾਉਂਦਾ ਆ, ਥਕਾਉਂਦਾ ਆ। ਸੋ ਇੱਕ ਤਾਂ ਇਹ ਚੀਜ਼ ਜਿਹੜੀ ਰੂਟੀਨ ਦੀ ਚੀਜ਼ ਆ, ਅਤੇ ਰੂਟੀਨ ਚੰਗਾ ਉਦੋਂ ਲੱਗਦਾ ਆ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਜ਼ਾਬਤਾ, ਜਿਹਨੂੰ ਅਸੀਂ ਅਨੁਸ਼ਾਸਨ ਕਹਿੰਦੇ ਹਾਂ, ਡਿਸਿਪਲਿਨ, ਕਿਤੇ ਕੋਈ ਅਨੁਸ਼ਾਸਿਤ। ਅਤੇ ਅਨੁਸ਼ਾਸਿਤ ਦਾ ਮਤਲਬ ਇਹ ਨਹੀਂ ਹੁੰਦਾ, ਇੱਕ ਹੁੰਦਾ ਇੱਕ ਫੋਰਸ ਤੁਹਾਨੂੰ ਬਾਹਰੋਂ ਚਲਾਉਂਦੀ ਹੈ, ਸਮਵਨ ਇਜ਼ ਰੂਲਿੰਗ ਯੂ ਐਕਚੁਅਲੀ ਫਰੋਮ ਐਕਸਟਰਨਲ ਸਾਈਡ। ਸੋ ਇਹ ਹੈ ਕਿਸੇ ਹੋਰ ਦਾ ਤੁਹਾਡੇ ਉੱਤੇ ਸ਼ਾਸਨ ਹੋਣਾ, ਤੁਹਾਨੂੰ ਉਸ ਤਰੀਕੇ ਨਾਲ ਚਲਾਉਣਾ। ਇੱਕ ਹੁੰਦਾ ਅਨੁਸ਼ਾਸਨ, ਇੱਕ ਹੁੰਦਾ ਸੈਲਫ ਲੈਵਲ 'ਤੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਮਤਲਬ ਘੜਨਾ, ਉਹਨੂੰ ਡਿਸਿਪਲਿਨ ਕਿਹਾ ਗਿਆ। ਸਿੱਖ ਹੋਣ ਦਾ ਮਤਲਬ ਹੈ ਡਿਸਾਈਪਲ ਹੋਣਾ, ਐਂਡ ਡਿਸਾਈਪਲ ਇਜ਼ ਏ ਵਰਚੂ ਵਿਚ ਕੈਨ ਅਟੇਨ ਇਟ ਇਫ ਵੀ ਫੋਲੋ ਦਾ ਪਾਥ ਆਫ ਡਿਸਿਪਲਿਨ। ਸੋ ਉਹ ਚੀਜ਼ਾਂ ਦੋਨੋਂ ਇੱਕ ਦੂਜੇ ਨੂੰ ਕੋਰਿਲੇਟ ਕਰਕੇ ਚੱਲਦੀਆਂ ਨੇ। ਬੰਦਾ ਕਹਿੰਦਾ ਕਿ ਡਿਸਿਪਲਿਨ ਨਾ ਹੋਏ, ਨਾ ਅਨੁਸ਼ਾਸਨ ਨਹੀਂ ਹੋਣਾ ਚਾਹੀਦਾ। ਅਤੇ ਅਨੁਸ਼ਾਸਨ ਫਿਰ ਕਈ ਲੈਵਲ ਦਾ ਆ। ਅਸੀਂ ਤਾਂ ਬਹਿਰੂਨੀ ਤੌਰ 'ਤੇ ਅਨੁਸ਼ਾਸਨ ਨੂੰ ਮਤਲਬ ਉਹਨਾਂ ਕੀ ਮੰਨਦੇ ਹਾਂ, ਜਿੰਨੇ ਇੱਕ ਨਾਲ ਸਪੋਜ਼ ਮੈਂ ਖੁਦ ਬੜਾ ਅਗਰੈਸਿਵ ਡਰਾਈਵਰ ਆ, ਮਾਫੀ ਚਾਹਾਂਗਾ, ਮੈਂ ਪਹਿਲਾਂ ਬਿਆਨ ਕਰ ਦਿੰਦਾ, ਕਿਉਂਕਿ ਛੋਟੀ ਉਮਰ ਤੋਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਡਰਾਈਵ ਕਰਨ ਲੱਗ ਜਾਂਦੇ ਹੋ ਐਂਡ ਯੂ ਡੋਂਟ ਗੈਟ ਦੈਟ ਮਚ ਕਾਇੰਡ ਆਫ। ਅਤੇ ਸਾਡੇ ਉੱਥੇ ਟ੍ਰੇਨਿੰਗ ਦਾ ਤਾਂ ਤੁਹਾਨੂੰ ਪਤਾ ਹੀ ਕਿਹੋ ਜਿਹਾ ਸਿਸਟਮ ਹੈ, ਟ੍ਰੇਨਿੰਗ ਦੇ ਵਾਲੇ ਤਾਂ ਹਾਲ ਹੀ ਜਿਹੋ ਜਿਹਾ ਹੈਗਾ, ਉਹਦਾ ਮਤਲਬ ਪਤਾ ਹੀ ਨਹੀਂ। ਉਦੋਂ ਜਦੋਂ ਡਰਾਈਵਿੰਗ ਲਾਇਸੈਂਸ ਦੀ ਵੀ ਇੱਥੇ ਆ ਕੇ ਪਤਾ ਲੱਗਾ ਵੀ ਇਹ ਵੀ ਹੁੰਦਾ ਕੋਈ ਚੀਜ਼, ਇਹਦੇ ਬਿਨਾਂ ਵੀ ਗੱਡੀ ਦਾ ਮਤਲਬ ਬੰਦੇ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਖੈਰ, ਜਿਹੜੀ ਬੇਨਤੀ ਕਰਨ ਲੱਗਾ, ਹੁਣ ਸਪੋਜ਼ ਕਰੋ ਆਪਾਂ ਰੋਡ 'ਤੇ ਜਾ ਰਹੇ ਹਾਂ, ਅਤੇ ਰੋਡ ਦੀ ਸਪੀਡ ਸਾਈਨ ਇਹ ਕਹਿ ਰਿਹਾ 60 ਹੈ, 80 ਹੈ, ਜਾਂ 100 ਹੈ, 110 ਆ, ਪਰ ਆਪਾਂ ਤਾਂ ਗੱਡੀ ਦੌੜਾ ਰਹੇ ਹਾਂ ਆਪਣੀ। ਹਾਂ, ਜਿੱਥੇ ਕਿਤੇ ਸਾਨੂੰ ਪਤਾ ਲੱਗ ਜੇ ਵੀ ਇੱਥੇ ਨਾ ਕੈਮਰਾ ਆ, ਇੱਥੇ ਪੁਲਿਸ ਆਫਿਸਰ ਆ, ਖਾਸ ਕਰਕੇ ਉਹਦੀ ਗੱਡੀ ਕਿਤੇ ਦਿਖ ਜਾਏ, ਉਹਦੇ ਵਰਗੀ ਗੱਡੀ ਦਿਖ ਜਾਏ ਆਲੇ ਦੁਆਲੇ, ਬਸ ਉਸੇ ਵਕਤ ਹੀ ਫਿਰ ਬ੍ਰੇਕਾਂ ਵੀ ਲੱਗ ਜਾਂਦੀਆਂ, ਰੁਕ ਵੀ ਜਾਂਦਾ ਟ੍ਰੈਫਿਕ, ਇਹ ਸਭ ਰਾਈਟ ਵੇ। ਇਹ ਕੀ ਹੈ, ਕੋਈ ਹੋਰ ਮੇਰੇ ਉੱਤੇ ਫੋਰਸ ਕਰ ਰਿਹਾ ਕੋਈ ਚੀਜ਼, ਮੈਂ ਆਪਣੇ ਆਪ ਨੂੰ ਕਿਸੇ ਲੈਵਲ 'ਤੇ ਉਸ ਚੀਜ਼ ਨੂੰ ਫੋਲੋ ਕਰਨ ਵਾਸਤੇ ਉਹਨਾਂ ਅਸੂਲਾਂ ਨੂੰ, ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਇੰਪੋਜ਼ ਨਹੀਂ ਕਰ ਰਿਹਾ, ਉਹਨਾਂ ਨੂੰ ਮੈਂ ਫੋਲੋ ਕਰਨ ਵਾਸਤੇ ਤਿਆਰ ਨਹੀਂ ਹੋ ਰਿਹਾ। ਜਿਹੜਾ ਗੁਰਮਤਿ ਦਾ ਸਕੂਲ ਆਫ ਥਾਟ ਹੈ, ਕਹਿੰਦਾ ਆ ਸੈਲਫ ਡਿਸਿਪਲਿਨ ਹੋਣਾ ਸ਼ੁਰੂ ਕਰ, ਆਪਣੇ ਆਪ ਨੂੰ ਉਸ ਲੈਵਲ 'ਤੇ ਲੈ ਕੇ। ਜਿਹੜਾ ਜ਼ਾਬਤਾ ਹੈ, ਜਿਹੜਾ ਇਸ ਕਿਸਮ ਦੀ ਅਨੁਸ਼ਾਸਨ ਦੀ ਬਾਤ ਆ, ਇਹ ਹੈ ਕਿ ਬੰਦੇ ਦਾ ਕਾਜ ਇਹ ਨਹੀਂ ਕਿ ਮੇਰੀ ਜੇਬ ਭਰਨੀ ਚਾਹੀਦੀ ਹੈ, ਇਹ ਨਹੀਂ ਕਿ ਮੈਨੂੰ ਜ਼ਿਆਦਾ ਕੰਫਰਟ ਮਿਲਣਾ ਚਾਹੀਦਾ ਆ, ਇਹ ਨਹੀਂਗਾ ਕਿ ਮੇਰੀ ਮਨ ਦੀ ਇੱਛਾ ਪੂਰੀ ਹੋਣੀ ਚਾਹੀਦੀ ਹੈ। ਬੰਦੇ ਦਾ ਕਾਜ ਇਹ ਹੈ ਕਿ ਮੈਂ ਜਿਹੜਾ ਲਾਈਫ ਦਾ ਯੂਨੀਵਰਸਲ ਕ੍ਰਾਈਟੀਰੀਆ ਆ, ਉਹਨੂੰ ਤੋੜਨਾ ਨਹੀਂਗਾ। ਇਹ ਕਾਜ ਹੈ ਮੇਰਾ, ਇਹ ਹੈ ਮੇਰਾ ਮੇਨ ਕਾਜ। ਜੇ ਮੈਂ ਇਸ ਕਾਜ ਨੂੰ ਫੋਲੋ ਕਰਦੇ ਹੋਏ ਬਾਕੀ ਸਾਰੇ ਕੰਮ ਵੀ ਕਰੀ ਜਾਵਾਂਗਾ, ਚੀਜ਼ਾਂ ਆਪਣੇ ਆਪ ਸਹੀ ਪਰਸਪੈਕਟਿਵ ਦੇ ਵਿੱਚ ਫੋਲਡ ਤੇ ਅਨਫੋਲਡ ਹੁੰਦੀਆਂ ਜਾਣਗੀਆਂ। ਜਿੱਥੇ ਟੁੱਟਣੀ ਹੈ ਚੀਜ਼, ਉੱਥੇ ਹੈ ਮੈਂ ਇਸ ਕਾਜ ਨੂੰ ਤੇ ਨਹੀਂ ਤੋੜ ਰਿਹਾ ਕਿਤੇ। ਦੈਟ ਇਜ਼ ਧਰਮ ਦਾ ਕਾਜ ਆ, ਗੁਰੂ ਦਾ ਕਾਜ ਆ, ਰੱਬ ਦਾ ਕਾਜ ਆ, ਇਨਸਾਨ ਦਾ ਕਾਜ ਆ, ਇਹ ਯੂਨੀਵਰਸਲ ਕਾਜ ਆ। ਬਾਣੀ ਇਸ ਕਾਜ ਦੀ ਗੱਲ ਕਰਦੀ ਹੈ। ਬਾਣੀ ਕਹਿੰਦੀ ਹੈ ਇਹ ਕਾਜ ਜਿਹੜਾ ਹੈ ਨਾ, ਜੇ ਇਹ ਛੱਡ ਦਿੱਤਾ ਤੇ ਫਿਰ ਅਵਰ ਕਾਜ, ਫਿਰ ਭਾਵੇਂ ਤੂੰ ਜੇਬ ਵੱਧ ਭਰ ਰਿਹਾ, ਭਾਵੇਂ ਤੂੰ ਆਪਣੇ ਬਹੁਤ ਜ਼ਿਆਦਾ ਕੰਫਰਟ ਆਪਣੇ ਲਈ ਕ੍ਰੀਏਟ ਕਰ ਰਿਹਾ, ਬਟ ਦ ਰੀਅਲ ਕਾਜ ਯੂ ਆਰ ਬ੍ਰੇਕਿੰਗ ਇਟ। ਉਹ ਚੀਜ਼ ਨਹੀਂ ਹੋ ਪਾ ਰਹੀ। ਤੇ ਲੌਂਗ ਰਨ ਵਿੱਚ ਕੀ ਹੋਏਗਾ? ਹੁਣ ਸਪੋਜ਼ ਇਹ ਵੀ ਦੇਖੀਏ ਨਾ, ਮੈਂ ਘਰੋਂ ਕਿਤੇ ਜਗ੍ਹਾ 'ਤੇ ਪਹੁੰਚਣਾ ਸੀਗਾ, ਐਗਜ਼ੈਕਟ ਜਿਹੜੀ ਡਿਸਟੈਂਸ ਕਵਰਿੰਗ ਹੈਗੀ ਹੈ ਉਹਦੇ ਟਾਈਮ ਦੇ ਵਿੱਚ ਮੈਜਰ ਕਰੀਏ ਤਾਂ ਉਹ ਬਣਦੀ ਹੈ 30 ਮਿੰਟਸ, ਐਂਡ ਸਮਹਾਓ ਆਈ ਮੈਨੇਜ ਇਟ ਇਨ 20 ਮਿੰਟਸ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਹੋਏਗਾ ਕਿ ਆਦਤ ਵਿਗੜੇਗੀ। ਇਹ ਹੋਏਗਾ ਹੁਣ 20 ਮਿੰਟ 'ਚ ਹੀ ਪੂਰਾ ਹੋਣਾ ਚਾਹੀਦਾ ਹੈ, ਤੇ ਐਂਡ ਕੀ ਹੋਏਗਾ? ਇੱਕ ਦਿਨ ਦੋ ਹੀ ਚੀਜ਼ਾਂ ਨੇ ਇਹਦੇ 'ਚ, ਆਈਦਰ ਆਈ ਐਮ ਗੋਨਾ ਗੈਟ ਫਾਈਨ, ਅਦਰਵਾਈਜ਼ ਐਕਸੀਡੈਂਟ।
ਹੁਣ ਇਹ ਦੋ ਰੂਪਾਂ ਨੂੰ ਦੇਖ ਕੇ ਇਹਨੂੰ ਹੋਰ ਅੱਗੇ ਲੈ ਚਲੀਏ। ਟੁਡੇ ਓ ਮਾਈ ਆਈ ਹੈਵ ਰੀਅਲੀ ਬੈਡ ਡੇ। ਹਾਊ ਕਮ? ਡੇ ਤੇ ਕੋਈ ਬੈਡ ਗੁੱਡ ਨਹੀਂ ਹੁੰਦਾ। ਜਾਂ ਇਟਸ ਮਾਈ ਬੈਡ ਲੱਕ। ਕਮਾਲ ਹੋ ਗਈ, ਇਹ ਕਿਵੇਂ ਹੋ ਗਿਆ? ਕਿਸਮਤ ਹੀ ਮਾੜੀ ਹੈ ਜੀ। ਭਲੇ ਬੰਦੇ, ਬੀਤੇ ਕੱਲ ਅਸੀਂ ਬਾਤ ਕਰੇ, ਦੱਦਾ ਦੋਸ਼ ਨਾ ਦਿਓ ਕਿਸੇ। ਝੂਠ ਬੋਲ ਰਿਹਾ ਤੂੰ, ਕੂੜ ਹੈ, ਇਹ ਪਾਪ ਹੈ। ਜਿਹੜੀ ਚੀਜ਼ ਜਿਹਦੇ ਉੱਤੇ ਆਹਦ ਨਹੀਂ ਹੁੰਦੀ, ਜਿੱਥੇ ਮੈਂ ਕਿਹਾ ਅਕਾਊਂਟੇਬਿਲਿਟੀ, ਤੋੜ ਰਿਹਾ ਤੂੰ। ਹੁਣ ਤੂੰ ਆਪਣੇ, ਇਹਨੂੰ ਸਾਹਿਬ ਨੇ ਕਿਹਾ ਕਿ ਜੇ ਬਹੁਤ ਸਿਆਣਾ ਬੰਦਾ ਹੋਏ ਨਾ, ਬੰਦਾ ਕਹੇ ਕਿ ਮੇਰੇ ਤੋਂ ਤਾਂ ਸਿਆਣਾ ਕੋਈ ਹੈ ਨਹੀਂਗਾ, ਜਿੰਨੀ ਅਕਲ ਮੈਨੂੰ ਹੈ। ਪਹਿਲਾਂ ਤਾਂ ਬੰਦਾ ਸੋਚਦਾ ਮੇਰੇ ਕਿਸੇ ਘਰ ਦੇ ਮੈਂਬਰ ਨੂੰ ਹੈ ਨਹੀਂ ਗੀ, ਸੋ ਘਰ ਦੇ ਸਾਰੇ ਕੰਮ, ਸਾਰੀ ਬਾਤ ਮੇਰੇ ਤੋਂ ਐਡਵਾਈਜ਼ ਕਰਕੇ ਕੀਤੀ ਜਾ, ਅਦਰਵਾਈਜ਼ ਮੈਨੂੰ ਜ਼ਰੂਰ ਸੈਂਟਰ ਪਲੇਸ 'ਚ ਰੱਖਿਆ ਜਾਏ, ਬਿਕੋਜ਼ ਮੈਂ ਹੀ ਤੇ ਸਭ ਕਾਸੇ ਨੂੰ ਹੋਲਡ ਕਰਕੇ ਬੈਠਾ ਹਾਂ। ਉਸ ਤੋਂ ਬਾਅਦ ਬੰਦਾ ਥੋੜ੍ਹਾ ਹੋਰ ਸੁਸਾਇਟੀ ਲੈਵਲ 'ਤੇ ਆਵੇ, ਫਿਰ ਉੱਥੇ ਹੁੰਦਾ ਕਿ ਨਹੀਂ ਸੁਸਾਇਟੀ ਦੇ ਜਿਹੜੇ ਜਿੰਨੇ ਕੰਮ ਨੇ, ਭਾਵੇਂ ਧਾਰਮਿਕ ਨੇ, ਭਾਵੇਂ ਸੋਸ਼ਲ ਨੇ, ਭਾਵੇਂ ਇੰਸਟੀਟਿਊਸ਼ਨਲਸ ਨੇ, ਉਹਨਾਂ 'ਚ ਮੇਰੀ ਹੋਂਦ ਹੋਣੀ ਚਾਹੀਦੀ ਹੈ। ਆਪ ਸੌਰੀ ਟੂ ਸੇ, ਕਦੀ ਇੱਥੇ ਤਾਂ ਚਲੋ ਐਜੂਕੇਸ਼ਨ ਦਾ ਥੋੜ੍ਹਾ ਬਹੁਤਾ ਪ੍ਰਤਾਪ ਹੈ ਕਿ ਜਿਹੜੇ ਪੋਲੀਟੀਕਲ ਲੀਡਰਸ ਵੀ ਨੇ, ਦੇ ਆਲਵੇਜ਼ ਟਾਕ ਅਬਾਊਟ ਕਮਿਊਨਿਟੀ, ਦੇ ਆਲਵੇਜ਼ ਟਾਕ ਅਬਾਊਟ ਟੀਮਸ, ਦੇ ਆਲਵੇਜ਼ ਟਾਕ ਅਬਾਊਟ ਸਮ ਸੋਰਟ ਆਫ ਜਿਹੜੀ ਹੈਗੀ ਹੈ ਕਲੈਕਟਿਵ ਅਪਰੋਚ ਕਿਸੇ ਚੀਜ਼ ਨੂੰ। ਸਾਡੇ ਉੱਥੇ ਤੇ ਹਾਲਤ ਦੇਖੋ, ਸਾਡੇ ਉੱਥੇ ਤੇ ਬਕਾਇਦਾ ਤੌਰ ਤੇ ਬੰਦਾ ਆਪਣਾ ਹੀ ਨਾਂ ਲੈ ਕੇ 5-4 ਵਾਰੀ ਤੇ ਫਿਰ ਦੱਸਦਾ ਲੋਕਾਂ ਨੂੰ ਵੀ ਇਹੀ ਕੰਮ ਕਰੇਗਾ ਨਾ, ਆ ਚੀਜ਼, ਇਸ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਕਰ ਸਕਦਾ। ਕਿਉਂਕਿ ਇਹ ਜਿਹੜੀ ਚੀਜ਼ ਆ, ਇਹ ਬੰਦੇ ਨੂੰ ਲੱਗਦਾ ਕਿ ਬਸ ਮੇਰੇ ਤੋਂ ਸਿਆਣਾ ਕੋਈ ਹੋਰ ਹੋ ਨਹੀਂ ਸਕਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਪ੍ਰੈਜ਼ੈਂਸ ਵਿੱਚ ਬੈਠੇ ਹਾਂ ਤੇ ਮਹਾਰਾਜ ਬਿਆਨ ਕਰਦੇ, ਭਗਤ ਫਰੀਦ ਜੀ ਨੇ ਕਿਹਾ, ਜਿੱਦਣ ਤੈਨੂੰ ਇਹ ਭੁਲੇਖਾ ਪਏ ਨਾ ਕਿ ਤੂੰ ਬਹੁਤ ਸਿਆਣਾ ਆ, ਦੇਖ ਤੇਰਾ ਪਹਿਲਾ ਕੰਮ ਆ ਹੈ ਕਰਨ ਵਾਲਾ। ਜਿੱਦਣ ਤੈਨੂੰ ਇਸ ਮਾੜਾ ਜਿਹਾ ਵੀ ਅਹਿਸਾਸ ਹੋਇਆ ਕਿ ਆਈ ਐਮ ਦਾ ਵਾਈਜ਼ਰ ਵਨ, ਬਾਬਾ ਜੀ ਕਹਿੰਦੇ ਤੂੰ ਪਤਾ ਕੀ ਫਰੀਦਾ, ਜੇ ਤੂੰ ਅਕਲ ਲਤੀਫ ਕਹਿੰਦੇ ਬੜੀ ਸੂਖਸ਼ਮ ਬੁੱਧੀ ਵਾਲਾ, ਬੜਾ ਹਾਈਲੀ ਇੰਟਲੈਕਚੁਅਲ, ਜਿੱਦਣ ਇਹ ਮਾੜਾ ਜਿਹਾ ਵੀ ਅਹਿਸਾਸ ਆਇਆ ਨਾ ਵੀ ਮੈਂ ਅਕਲ ਲਤੀਫ ਹਾਂ, ਮੇਰੇ ਅੰਦਰ ਲਤਾਫਤ ਵੱਧ ਗਈ ਹੈ, ਮੇਰੇ ਅੰਦਰ ਵਿਜ਼ਡਮ ਵੱਧ ਗਈ ਹੈ, ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਫਿਰ ਇੱਕ ਕੰਮ ਕਰੀ, ਕਾਲੇ ਲਿਖ ਨਾ ਲੇਖ, ਫਿਰ ਕਾਲੇ ਲੇਖ ਨਾ ਲਿਖੇ, ਫਿਰ ਕਾਲੀ ਕਲਮ ਨਾ ਚਲਾਈ। ਬਾਬਾ ਫਰੀਦ ਜੀ ਮੈਂ ਸਮਝਿਆ ਨਹੀਂ ਤੁਸੀਂ ਕੀ ਦੱਸ ਰਹੇ ਹੋ ਮੈਨੂੰ? ਕਹਿੰਦੇ ਆਹ ਦੱਸ ਰਿਹਾ ਤੈਨੂੰ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਗਿਰੀਵਾਨ ਆ ਹੁੰਦਾ ਗਲੇ ਦਾ ਹਿੱਸਾ, ਇਹਦੇ ਵਿੱਚ ਆਪਣੇ ਅੰਦਰ ਝਾਤ ਮਾਰ, ਹੂ ਯੂ ਆਰ, ਤੂੰ ਕੌਣ ਹੈ। ਇੱਥੇ ਜਾ ਕੇ ਫਿਰ ਬੰਦੇ ਦੀ ਆਪਣੇ ਆਪ ਨੂੰ ਸਹੀ ਰੂਪ ਵਿੱਚ ਪੁਣ ਛਾਣ ਕਰਨ ਦੀ ਜਾਚ ਆ ਜਾਂਦੀ ਹੈ। ਜਿਹੜੇ ਕਾਜ ਨੇ ਇਹ ਸਭ ਤੋਂ ਬੇਸਿਕ, ਸਭ ਤੋਂ ਇੰਪੋਰਟੈਂਟ ਤੇ ਸਾਰਿਆਂ ਨਾਲੋਂ ਪ੍ਰਾਇਓਰਿਟੀ ਬੇਸਿਸ ਤੇ ਕਰਨ ਵਾਲਾ ਕਾਰਜ ਆ। ਆਪਣੇ ਆਪੇ ਨੂੰ ਚੀਨਣਾ, ਸਮਝਣਾ, ਜਾਣਨਾ, ਪਹਿਚਾਨਣਾ, ਸਹੀ ਤਵਾਜ਼ਨ ਵਿੱਚ ਤੋਲਣਾ। ਇਹ ਕਾਜ ਛੱਡ ਕੇ ਬਾਕੀ ਜੋ ਵੀ ਕਾਜ ਕਰੇਗਾ ਨਾ, ਉਹ ਕਾਜ ਅਧੂਰਾ ਹੋਏਗਾ। ਤੇ ਜਿਹੜੇ ਇਸ ਕਾਜ 'ਚ ਲੱਗ ਗਏ, ਉਹਨਾਂ ਕਹਿ ਛੱਡੋ ਪਰਾਂ, ਦੁਨੀਆ ਨੂੰ ਕੀ ਤੋਲਾਂਗੇ, ਕਿਸੇ ਨੂੰ ਕੀ ਜੱਜ ਕਰਾਂਗੇ, ਕਿਸੇ ਨੂੰ ਕੀ ਇਵੈਲੂਏਟ ਕਰਾਂਗੇ, ਕਿਸੇ ਨੂੰ। ਇੱਥੋਂ ਫਿਰ ਉਹ ਸਾਰੀ ਜਿਹੜੀ ਹੈ ਫੋਕਸ ਆਪਣੇ ਜੀਵਨ ਦੇ ਸੁਧਾਰਨ ਵਾਲੇ ਪੱਖ 'ਚ ਆ ਜਾਂਦਾ ਹੈ। ਇਹ ਸਭ ਤੋਂ ਬੈਸਟ ਕਾਰਜ ਹੈ। ਇਸ ਤੋਂ ਵਧੀਆ ਕਾਰਜ ਕੀ ਹੋਏਗਾ? ਜੇ ਬੰਦਾ ਸੁਧਰੇਗਾ ਤੇ ਇੱਕ ਚੀਜ਼ ਹੋਰ ਚੇਤੇ ਰੱਖਿਆ ਜੇ, ਇਨ ਮਦਰ ਨੇਚਰ ਦਾ ਲਾ ਆ, ਜਿਹੜੀ ਚੀਜ਼ ਜਿੰਨੇ ਸੈਲਫ ਕੌਨਫੀਡੈਂਸ ਦੇ ਨਾਲ ਸਾਡੇ ਆਲੇ ਦੁਆਲੇ ਰੋਟੇਟ ਹੋਏਗੀ, ਵਧੇਗੀ, ਉਸ ਤਰੀਕੇ ਨਾਲ ਆਪਣੀ ਗਰਦਿਸ਼ ਕਰੇਗੀ, ਉਹਦਾ ਪ੍ਰਭਾਵ ਸਾਡੇ ਤੇ ਪੈਣਾ ਸ਼ੁਰੂ ਹੋ ਜਾਏਗਾ। ਜੇ ਝੂਠੇ ਬੰਦੇ, ਵਕਾਰਾਂ 'ਚ ਲਬਰੇਜ਼ ਲੋਕ, ਉਹ ਸਾਡੇ ਆਲੇ ਦੁਆਲੇ ਬੜੇ ਕੌਨਫੀਡੈਂਟ ਹੋ ਕੇ ਇਹਨਾਂ ਚੀਜ਼ਾਂ ਨੂੰ ਸਪੋਰਟ ਕਰਨਗੇ, ਪ੍ਰਮੋਟ ਕਰਨਗੇ, ਗੱਲ ਕਰਨਗੇ, ਸਾਡਾ ਕੌਨਫੀਡੈਂਸ ਲੂਜ਼ ਹੋ ਜਾਏਗਾ, ਅਸੀਂ ਉਹਨਾਂ ਦੇ ਫੋਲੋਵਰ ਬਣ ਜਾਵਾਂਗੇ। ਤੇ ਲੋਕ ਹੁੰਦਾ ਹੈ ਐਵੇਂ। ਜਿਹਦੇ ਇਹਦੇ ਮੁਕਾਬਲਤਨ ਜੇ ਕੋਈ ਐਸਾ ਬੰਦਾ ਜਿਹੜਾ ਬਿਲਕੁਲ ਸੈਲਫ ਕੌਨਫੀਡੈਂਟ ਹੈਗਾ, ਕਿਸੇ ਹਾਇਰ ਲੈਵਲ ਦੀ, ਜਿਹਦੀ ਅਸੀਂ ਪਿਛਲੇ ਸ਼ਬਦ ਸੰਗਤ ਦੀ ਗੱਲ ਕਰਦੇ ਸੀ, ਉਹ ਆਪਣੇ ਜਿਹੜਾ ਹੈਗਾ ਆਪਣੀ ਕਸ਼ਿਸ਼ 'ਚ ਲੈ ਆਵੇਗਾ ਉਹਨਾਂ ਨੂੰ, ਉਹਦਾ ਅਸਰਾਰ ਜਿਹੜਾ ਹੈ ਉਸ ਲੈਵਲ 'ਤੇ ਹੋ ਜਾਏਗਾ।
ਸੋ ਇਹ ਕਾਜ ਸਿਰਫ ਸਾਡਾ ਕਾਜ ਨਹੀਂ ਗਾ। ਫਿਰ ਭਗਤ ਫਰੀਦ ਜੀ ਦੀ ਗੱਲ ਕਰਕੇ ਇਸ ਬਚਨ ਤੇ ਆ ਜਾਣਾ, ਜਿਨ੍ਹਾਂ ਕਿਹਾ ਸੀਗਾ ਕਿ ਆਪ ਸਵਾਰੈ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੈਂ, ਸਭ ਜਗ ਤੇਰਾ ਹੋਏ। ਸਾਰਾ ਜਹਾਨ ਫੋਲੋ ਕਰਨ ਲੱਗ ਜਾਏਗਾ ਜੇਕਰ ਤੂੰ ਉਸ ਲੈਵਲ ਤੇ ਆਪਣੇ ਆਪ ਨੂੰ ਸਮਝਣ ਦੇ ਕਾਬਲ ਹੋ ਜਾਏਗਾ। ਇਹ ਕਾਜ ਹੈ। ਇਹਦੇ ਤੇ ਐਮਫਸਾਈਜ਼ ਕਰਦਿਆਂ ਹੋਇਆ ਕਿਆ ਇਹੋ ਜਿਹਾ ਕਾਜ ਜਿਹੜਾ ਆ ਇਹ ਜ਼ਰੂਰੀ ਹੈ। ਅੱਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਗਦੀਸ਼ ਸੇਵੋਂ ਮੈਂ ਅਵਰ ਨਾ ਕਾਜਾ, ਮੈਂ ਜਗਦੀਸ਼ ਦੀ ਸੇਵਾ 'ਚ ਲੱਗ ਜਾਵਾਂ, ਜਗਤ ਦਾ ਈਸ਼। ਅਨਫੋਰਚੂਨੇਟਲੀ ਇਹ ਵੀ ਗੱਲ ਆ ਕਿ ਕਿਉਂਕਿ ਸਾਡੇ ਘਰ ਦੇ ਵਿੱਚ ਜਿਹੜਾ ਇਸ਼ਟਵਾਦ ਆ, ਜਿਹਨੂੰ ਕਹਿ ਲਓ ਕਿ ਕੋਈ ਸਪੈਸੀਫਿਕ ਨਾਂ ਲੈ ਕੇ ਤੇ ਉਸ ਨਾਂ ਦੀ ਹੀ ਪ੍ਰਮੋਸ਼ਨ ਦੀ ਗੱਲ ਕਰਨੀ ਤੇ ਉਹਦੇ ਨਾਲ ਅਵਤਾਰੀ ਤੇ ਇੱਕ ਪੈਗੰਬਰੀ ਕਿਸਮ ਦੀ ਅਪਰੋਚ ਅਡਾਪਟ ਕਰਕੇ ਤੇ ਉਹਦੇ ਵਿੱਚੋਂ ਆਪਣੇ ਜੀਵਨ ਦੀ ਮੁਕਤੀ ਲੱਭਣੀ, ਇਹ ਗੁਰਮਤਿ ਦੀ ਸਿੱਖਿਆ ਨਹੀਂ ਹੈ। ਗੁਰਮਤਿ ਦੀ ਸਿੱਖਿਆ ਨੂੰ ਤਾਂ ਅਸੀਂ ਸਾਖੀ ਰੂਪ ਵਿੱਚ ਮੈਂ ਲੈ ਕੇ ਆਵਾਂ। ਗੁਰੂ ਨਾਨਕ ਸਾਹਿਬ ਇੱਕ ਨਗਰ ਵਸਾਉਣਾ ਚਾਹੁੰਦੇ ਨੇ, ਇੱਕ ਆਪ ਨਵੀਂ ਬਸਤੀ ਸ਼ੁਰੂ ਕਰ ਰਹੇ ਨੇ ਨਵੇਂ ਮਨੁੱਖ ਦੀ ਘਾੜਤ ਵਾਸਤੇ, ਤੇ ਉਹਦੇ ਲਈ ਗੁਰੂ ਬਾਬਾ ਜੀ ਆਲੇ ਦੁਆਲੇ ਕੁਝ ਸਰਜ਼ਮੀਨ ਲੱਭਦੇ ਆ ਇਹੋ ਜਿਹੀ ਜਿਹੜੀ ਕਾਰਗਰ ਹੋਏ ਇੱਕ ਨਵਾਂ ਨਗਰ ਵਸਾਉਣ ਲਈ। ਮਹਾਰਾਜ ਨੇ 2-4 ਜਗ੍ਹਾ ਤੇ ਜ਼ਮੀਨ ਦੇਖੀ ਤੇ ਕੁਝ ਅਪੀਲ ਨਹੀਂ ਕੀਤਾ ਇਲਾਕਾ ਉਹ ਜ਼ਮੀਨ। ਤਾਂ ਹੀ ਤੇ ਇੱਕ ਦੋਧੇ ਨਾਂ ਦਾ ਸ਼ਖਸ ਆ ਤੇ ਇਸ ਨੂੰ ਪਤਾ ਲੱਗਦਾ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਕੋਈ ਜ਼ਮੀਨ ਦਾ ਟੁਕੜਾ ਲੱਭ ਰਹੇ ਨੇ। ਹਾਲਾਂਕਿ ਹਿਸਟੋਰੀਕਲੀ ਐਜ਼ ਏ ਸਟੂਡੈਂਟ ਆਫ ਹਿਸਟਰੀ ਔਰ ਸਿੱਖ ਹਿਸਟਰੀ ਅਜੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਮਝਣ ਵਾਲੀਆਂ ਨੇ। ਉਹਦੇ ਬਾਬਤ ਵੀ ਅਸੀਂ ਐਫਰਟ ਪਾ ਰਹੇ ਹਾਂ, ਪਰ ਕਦੇ ਕਿਉਂਕਿ ਰਿਸੋਰਸਿਸ ਵਗੈਰਾ ਉਸ ਤਰੀਕੇ ਨਾਲ ਲੱਭਦੇ ਨਹੀਂਗੇ। ਮੁਗਲ ਪੀਰੀਅਡ ਦੇ ਟਾਈਮ ਦੇ ਵਿੱਚ ਜ਼ਮੀਨਾਂ ਦੀ ਡਾਇਰੈਕਟ ਖਰੀਦੋ ਫਰੋਖਤ ਨਹੀਂ ਸੀ ਹੁੰਦੀ, ਇਹ ਅੰਗਰੇਜ਼ ਨੇ ਸ਼ੁਰੂ ਕੀਤੀ ਹੈ। ਉਸ ਵਕਤ ਜ਼ਮੀਨ ਦੀ ਮਲਕੀਅਤ ਜਿਹੜੀ ਸੀਗੀ ਉਹ ਸਿੱਧੀ ਕਰਾਊਨ ਦੀ ਹੁੰਦੀ ਸੀ, ਸਟੇਟ ਓਨ ਕਰਦੀ ਸੀ। ਸਟੇਟ ਅੱਗੇ ਫਿਰ ਜਿਹਨੂੰ ਅਸੀਂ ਫਿਊਡਲ ਸਿਸਟਮ ਕਹਿੰਦੇ ਹਾਂ, ਜਗੀਰਦਾਰੀ ਨਿਜ਼ਾਮ, ਉਹ ਫਿਰ ਆਪਣੇ ਮਤਾਇਤ ਲੋਕਾਂ ਨੂੰ ਜਗੀਰਾਂ ਕੱਟ ਕੇ ਦਿੰਦੀ ਸੀ ਤੇ ਜਗੀਰ ਵਕਤੀ ਤੌਰ ਤੇ ਹੁੰਦੀ ਸੀ। ਉਹਦਾ ਪਟਾ ਹੁੰਦਾ ਸੀ ਤਾਂ ਪਟਾ ਮੋਸਟਲੀ 99 ਈਅਰ ਤੋਂ ਵੱਡਾ ਨਹੀਂ ਸੀ ਹੁੰਦਾ। 103 ਆਂਕੜੇ 'ਚ ਪਟਾ ਨਹੀਂ ਜਾਂਦਾ। ਅੱਜ ਵੀ ਜੇਕਰ ਜਿਸ ਜਗ੍ਹਾ ਦੇ ਉੱਤੇ ਲੀਜ਼ ਹੁੰਦੀ ਹੈ, ਮਤਲਬ ਇਹ ਵਰਡ ਮੁਗਲਾਂ ਦੇ ਉਸ ਕੌਨਸੈਪਟ ਵਿੱਚੋਂ ਹੀ ਆਇਆ ਹੈ, ਉਹ 3 ਡਿਜਿਟ ਨਹੀਂ ਹੁੰਦਾ, 2 ਡਿਜਿਟ ਹੀ ਹੁੰਦਾ। 99 ਈਅਰ 'ਚ ਡਨ ਹੋ ਜਾਂਦਾ, ਖਤਮ ਹੋ ਜਾਂਦਾ। ਸਾਡੇ ਕੋਲ ਸਭ ਤੋਂ ਵੱਡੀ ਐਗਜ਼ਾਮਪਲ ਹਾਂਗਕਾਂਗ ਦੀ ਹੈ, ਤੁਸੀਂ ਦੇਖਿਆ ਹੋਵੇ ਜੇ ਕਿਤੇ, ਚਾਈਨਾ ਨੂੰ ਜਿਹੜਾ ਵਾਪਸ ਮਿਲਿਆ ਉਸ ਰੂਪ ਦੇ ਵਿੱਚ। ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀਗਾ, ਤੇ ਉਹਦੇ ਅੰਦਰ ਲੀਜ਼ ਤੋਂ ਸਬ ਲੀਜ਼ ਹੋਣ ਦਾ ਵੀ ਕੋਈ ਕੌਨਸੈਪਟ ਨਹੀਂ ਸੀਗਾ। ਇਹ ਵੀ ਪਤਾ ਲੱਗਦਾ ਕਿ ਜੇ ਕੋਈ ਜਗੀਰ ਉਹਦੀ ਹੈ ਤੇ ਜਗੀਰ ਦੇ ਅੱਗੇ ਕੋਈ ਲੋਕ ਅੱਗੇ ਉਸ ਦੀ ਹੈਲਪ ਕਰਦੇ ਸੀ ਉਸ ਜ਼ਮੀਨ ਨੂੰ ਵਾਹੁਣ ਦੇ ਵਿੱਚ, ਉਹਨਾਂ ਲੋਕਾਂ ਨੂੰ ਮੌਰੂਸੀ ਜਾਂ ਮੁਜਾਰੇ ਕਿਹਾ ਜਾਂਦਾ ਸੀਗਾ। ਉਹ ਮੁਜਾਰੇ ਸੀ ਜਾਂ ਮੌਰੂਸੀ ਸੀਗੇ। ਉੱਥੇ ਹੋ ਰਹੀ ਫਸਲ ਦਾ ਹਿੱਸਾ ਵਗੈਰਾ ਉਹਨਾਂ ਦਾ ਵੰਡਣ ਦਾ ਹੈ ਹੱਕ ਸੀਗਾ, ਜ਼ਮੀਨ ਨਹੀਂ ਸੀ। ਇਹਦੇ ਉੱਤੇ ਤੁਸੀਂ ਜੇ ਹੋਰ ਦੇਖਣਾ ਹੋਏ ਤੇ ਜਾਂ ਪੜ੍ਹਨਾ ਹੋਏ, ਇੱਕ ਉਰਦੂ ਜ਼ੁਬਾਨ ਦਾ ਨਾਵਲ ਹੈ ਨੀਮ ਕਾ ਪੇੜ, ਉਹਦੇ 'ਤੇ ਸ਼ਾਇਦ ਬਾਅਦ 'ਚ ਮੂਵੀ ਬਣੀ ਆ, ਸੀਰੀਅਲ ਵੀ ਕੁਛ ਬਣਿਆ ਸੀ ਇਸ ਰੂਪ ਦੇ ਵਿੱਚ। ਉਹ 'ਚੋਂ ਫਿਊਡਲ ਸਿਸਟਮ ਦੀ ਮਤਲਬ ਉਸ ਤਰਾਸਦੀ ਨੂੰ ਦਿਖਾਇਆ ਜਾਂਦਾ ਮੁਗਲੀਆ ਨਵਾਬਾਂ ਦੇ ਨਾਲ, ਵੀ ਜਿਵੇਂ ਉਹਨਾਂ ਦੇ ਉੱਥੇ ਮੁਜਾਰੇ ਨੇ, ਉਹਨਾਂ ਨੂੰ ਮਲਕੀਅਤ ਨਹੀਂ ਮਿਲਦੀ ਲੈਂਡ ਦੀ, ਅਤੇ ਉਹ ਫਿਰ ਅਖੀਰ ਇੱਕ ਆਪਣੇ ਜਿਹੜਾ ਉਹਦਾ ਖਿਦਮਤਗਾਰ ਹੁੰਦਾ ਆ, ਉਸ ਨੂੰ ਫਿਰ ਉਹ ਕਹਿੰਦਾ ਵੀ ਓਕੇ ਤੂੰ ਹੁਣ ਨਾ ਇੱਥੇ ਨਿੰਮ ਦਾ ਪੇੜ ਲਾ ਲੈ। ਤੂੰ ਨਿੰਮ ਦਾ ਪੇੜ ਲਾ ਕੇ ਫਿਰ ਉਹ ਕਹਿੰਦਾ ਵੀ ਇਸ ਨਿੰਮ ਦੇ ਪੇੜ ਦੀ ਜਿੰਨੀ ਜਗ੍ਹਾ 'ਤੇ ਛਾਂ ਜਾਏਗੀ ਉਹ ਜ਼ਮੀਨ ਤੈਨੂੰ ਦੇ ਦਿਆਂਗਾ, ਉਹ ਜ਼ਮੀਨ ਦੀ ਮਲਕੀਅਤ ਤੇਰੀ ਹੋਏਗੀ। ਸੋ ਇਹ ਰੂਪ ਸਾਨੂੰ ਦਿਸਦਾ ਆ। ਦੋਧੇ ਤੋਂ ਜ਼ਮੀਨ ਕਿਸ ਰੂਪ ਦੇ ਵਿੱਚ ਆਈ ਜਾਂ ਦੋਧੇ ਨੇ ਜ਼ਮੀਨ ਕਿਵੇਂ ਮੁੱਲ ਲਈ, ਇਹਦੇ ਬਾਰੇ ਅਦੇ ਹਿਸਟਰੀ ਦੇ ਚੈਪਟਰ 'ਚ ਬਹੁਤ ਸਾਰੀਆਂ ਚੀਜ਼ਾਂ ਅਨਫੋਲਡ ਨੇ ਜਿਹਨਾਂ ਨੂੰ ਅਸੀਂ ਅਜੇ ਦੇਖਣਾ ਚਾਹੁੰਦੇ ਹਾਂ ਵੀ ਐਕਚੁਅਲ ਲੈਵਲ 'ਤੇ ਕੀ ਹੋਇਆ, ਕੀ ਹੈ ਸਹੀ ਰੂਪ 'ਚ ਉਹ ਇਕਰਾਰਨਾਮਾ ਕਿਵੇਂ ਹੋਇਆ। ਪਰ ਗੁਰੂ ਸਾਹਿਬ ਨੇ ਦੋਧੇ ਨੇ ਆ ਕੇ ਆਫਰ ਦਿੱਤੀ ਮਹਾਰਾਜ ਰਾਵੀ ਦੇ ਕੰਢੇ, ਜਿਹੜਾ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਬਣਿਆ ਹੈ ਨਾਰਵਾਲ ਦੇ ਇਲਾਕੇ ਦੇ ਵਿੱਚ, ਉਹ ਗੁਰਦੁਆਰਾ ਸਾਹਿਬ ਰਾਵੀ ਦੇ ਕੰਢੇ, ਉਹ ਜ਼ਮੀਨ ਉਸਨੇ ਆ ਕੇ ਆਫਰ ਕੀਤੀ। ਅਤੇ ਬਾਬਾ ਨਾਨਕ ਜੀ ਨੇ ਜ਼ਮੀਨ ਦਾ ਮੁਆਇਨਾ ਕੀਤਾ
तो महाराज ने कहा हाँ, नगर वसाउण लई ये जगह बड़ी साडे वास्ते यूजफुल है, बड़ी कारगर है। फिर बात हुई दुध इहदा तैनूं कोई मुੱਲ वगैरह वो भी सैट कर ली आपां। गुरु साहब ने एक भी जिहड़ा जमीन का पीस वगैरह लिया, ईवन जो असीं माखोवाल की जमीन की गल करते हैं आनंदपुर साहब, वह बकायदा तौर पर पटा कटिया गया, वो बकायदा तौर पर बिलासपुर की राणी नूं फीस दी गई। ये सारिया चीज़ां सानूं मिलदियां ने पूरी तरह उस दस्तावेज दे विच। पर जे पुराना हुशियारपुर का गजट देखो तो वो भी इसका जिक्र मिल जाता है सारा। खैर हुई बात है कि दुधा कहने लगा महाराज मतलब तुसी जमीन तुहानूं पसंद आ गई, ये नगर वसाउण ते कारगर होगी, ये वडभागता आ। फीस वाली गल ये है कि जे तुसी कहंदे हो कि इहदी कोई इहदा कोई इवजाना, महाराज इवजाना तो है, छोटा मूँह तो वड्डी गल मैं करन लगा। महाराज कहंदे नहीं नहीं दोधे तू खुल के दस की गल है, कोई तेनों जगण की लोड़ नहीं, जिन्होंने असीं कहने विदाउट एनी हैजिटेशन वट एवर यू हैव इन योर माइंड यू कैन से। वो खैर वो दोधा कहंदा गल है बाबा जी मैं तुहानूं प्यार बहुत करदा, मेरे रोम रोम विच तुहाडे प्रति खलूस है, मुहब्बत है। सो उस मुहब्बत का मैं वास्ता पा के अंदरों, क्योंकि मेरी सांझ बड़ी तुहाडे नाल, अंदरों दिली मैं इज्जत बड़ी करदा, मैनूं मेरे लिस्ट तुसी मेरे दिले महबूब हो। सिर्फ इतनी बात है कि इत्थे जिहड़ा नगर वसाया जाए ना, पिंड वसाया जाए कोई भी, उहदा नाम नानकपुरा होए, नानक दे नाम ते होए। बाबा जी हस पे ते हस के कहन लगे दोधे मैनू नहीं लगता तू मैनू प्यार करदा है। कहंदे ना बाबा जी एवें ना कहो, सच ये है मैं ते तुहाडे प्यार विच ही खीवा हाँ असल विच। बाबा जी कहंदे नहीं नहीं, जिहड़ा नानक नूं प्यार करदा होए वो नानक नूं समझदा ते जरूर होएगा, जानदा ते जरूर होएगा, एवें ते प्यार नहीं ना हुंदा। कहन लगे हाँ बाबा जी ये गल जरूर हो सकती है कि अल्पग बुद्धि है, तुहाडे रुतबे नूं तुहाडे कैलीबर नूं समझ ना पाया होवां, महाराज बुझारत ना बुझाओ, पर मैनू ये ना कहो कि मैं प्यार नहीं करता तुहानूं। बाबा जी कहंदे दोधिया जो नानक नूं प्यार करदा आ वो नानक की सिक्ख्या नूं, नानक के ख्यालों नूं प्यार करदा आ, तू नानक दे मूँह तो की सुनदा आ। कहन लगा जी जे मैं सीधे तौर पर बात कहाँ, तरब्बी उपदेश बाणी सब सुनदा, पर हर वक्त जिहड़ी चीज़ मेरे कन्नां विच गूंजदी है जो मैं नानक का जिक्र करदा वो एक ही है, सत करतार सत करतार सत करतार। बाबा जी जिथे जाते सत करतार कहिंदे। कहन लगा फिर दोधे मैनू दस नगर किहदे नां दा वसना चाहिए, जदों करतार सत है, रहन वाला वो है, अल्टीमेट रियलिटी क्रिएटर आप अपने आप दे विच आ, तो फिर नगर नगर किहदे नां दा वसना चाहिए है। दोधे दे मूँह चों निकलिया महाराज करतार। साहब कहंदे बस फिर ठीक है, करतारपुर वसावांगे। इष्ट आस्था जिहड़ी है इसनूं भी बाबा जी ने तरजीह ना दित्ती, अकाल प्रस्तगी दे विच लिआंदा, क्या ਉਹਦੇ ਨਾਲ ਹੀ जुड़ना है ਜਿਹਦੇ ਨਾਲ जुड़ना जचदा ते बनदा आ। पर होया कि बदलदी पायां दे अंदर या समाज दे के ਜਿਹੋ जी एक तो साडी जिहड़ी बहुत ही कि सारी सिक्ख्या यूरोसेंट्रिक सिस्टम विचों निकली है, जिहड़ी यूरोपीयन सिक्ख्यक प्रणाली सीगी, यूरोपीयन एजुकेशनल मॉडल सीगा, उसे ने क्योंकि कलोनीअल सिस्टम नूं प्रमोट करने वास्ते एक तरह के कलोन तैयार करने से उन्होंने इक्को जे ओहो जे सिलेबस बने, ओहो जिहियां चीज़ां बणियां, वो सारे दे नाल जिहड़ा इस धरती दे उत्ते ट्रैडिशनल वे दे नाल सिक्ख्या दा सारा पसारा वक्खरे वक्खरे खित्तियां दे विच मनुखी सिविलाइजेशन ने क्रिएट कीता सीगा, वो गालबन ये जिहड़ी यूरोसेंट्रिक अप्रोच सीगी ये उस सारे नूं अपने प्रभाव विच रंग गई या इनू खा गई, या इन्हें मर्ज कर लिया इसनूं या मारता, दो ही काम होए। मगर फिर भी जो सी डीप लैवल ते देखो तो फिर कुछ चीज़ां अजे भी समझ आ जांदियां ने। जिवें हुण ऑर्गेनाइज रिलीजियस जो स्कूल है उहदे अंदरों जिहड़ी चीज़ निकल के आउंदी है वह है फैनैटिकिज्म, कट्टरता, कट्टरवाद, संप्रदायिकता। मतलब तेरा रब छोटा मेरा रब वड्डा, तेरा अवतार छोटा मेरा अवतार वड्डा, काम हो गया शुरू, एवैल्यूएशन हो गई। इहदे मुकाबले
ਮਹਾਰਾਜ ਦੀ ਬਣ 'ਚ 35 ਮਹਾਂਪੁਰਖ ਬੈਠੇ ਨੇ। ਕੋਈ ਕਿਸੇ ਨੂੰ ਛੋਟਾ, ਕੋਈ ਕਿਸੇ ਨੂੰ ਵੱਡਾ, ਕੋਈ ਕਿਸੇ ਨੂੰ ਨੀਵਾਂ, ਕੋਈ ਕਿਸੇ ਨੂੰ ਉੱਚਾ ਵਿਖਾਉਣ ਦੀ ਟਰਾਈ ਕਰ ਰਿਹਾ ਹੈ, ਬਲਕਿ ਇੱਕੋ ਲੈਵਲ ਤੇ ਬਾਤ ਸੱਚ ਦੀ ਹੋ ਰਹੀ ਹੈ। ਤੇ ਗੁਰਬਾਣੀ ਦਾ ਆਦਰਸ਼ ਵੀ ਦੇਖੋ, ਕੋਈ ਜਨ ਹਰਸਿਓ ਦੇਵੈ ਜੋਰ, ਅਨੋਨੀਮਸਲੀ ਐਨੀਵਨ, ਮੇਰੇ ਲਈ ਸੋਰਸ ਬਣ ਜੇ ਉਸ ਕਰਤਾਰ ਤੱਕ ਜੋੜਨ ਵਾਲਾ। ਕਿਸੇ ਨਾਲ ਕੋਈ ਨਫ਼ਰਤ ਨਹੀਂ, ਕਿਸੇ ਨਾਲ ਕੋਈ ਈਰਖਾ ਨਹੀਂ, ਦਵੈਖ ਨਹੀਂ, ਹੋਣਾ ਵੀ ਨਹੀਂ ਚਾਹੀਦਾ। ਕਾਹਦੇ ਲਈ? ਕੋਈ ਅੱਲਾ ਕਹੇ, ਕੋਈ ਰਾਮ ਕਹੇ, ਕੋਈ ਕੁਝ ਹੋਰ ਕਹੇ, ਪਰ ਗੱਲ ਇਹ ਹੈ ਬੰਦੇ ਤੇਰਾ ਜਿਹੜੀ ਤੇਰੀ ਇਨਰ ਅਪਲਿਫਟਿੰਗ ਹੈ, ਉਥਾਨ ਹੈ, ਉਹ ਹੋਣਾ ਚਾਹੀਦਾ। ਮਗਰ ਹੋਇਆ ਕਿ ਜਿਵੇਂ ਜਿਹੜਾ ਕ੍ਰਿਸਚਨ ਮਿਸ਼ਨਰੀ ਮਾਡਲ ਬਣਿਆ, ਜਿਸ ਨੇ ਦੁਨੀਆ ਪੱਧਰ 'ਤੇ ਕਨਵਰਜਨ ਦਾ ਵੱਡੇ ਲੈਵਲ 'ਤੇ ਕੰਮ ਕੀਤਾ। ਆਪ ਕਦੀ ਅਫਰੀਕਨ ਲਿਟਰੇਚਰ ਪੜ੍ਹੋ ਥੋੜ੍ਹਾ ਬਹੁਤਾ। ਅਫਰੀਕਨ ਲੋਕ ਜਿਵੇਂ ਰੀਸੈਂਟਲੀ ਵੀ ਕਹਿ ਸਕਦਾ ਪਿਛਲੇ 20-25 ਸਾਲਾਂ ਦੇ ਵਿੱਚ ਜਿੰਨਾ ਲਿਟਰੇਚਰ ਉਹਨਾਂ ਨੇ ਪ੍ਰੋਡਿਊਸ ਕੀਤਾ ਪੜ੍ਹਨ ਵਾਲਾ। ਜਿਵੇਂ ਇੱਥੇ ਹੁਣ ਸਾਡੇ ਇੱਥੇ ਰੈਜ਼ੀਡੈਂਸ਼ੀਅਲ ਸਕੂਲਸ ਦੀ ਗੱਲ ਹੋ ਰਹੀ ਹੈ, ਉਹ ਕਹਿੰਦੇ ਬਾਕੀ ਸਭ ਗੱਲਾਂ ਤੇ ਛੱਡੋ, ਜਿਹੜੀ ਚਰਚ ਸਾਰੇ ਸਕੂਲਾਂ ਨੂੰ ਚਲਾਉਂਦੀ ਸੀਗੀ ਉਸ ਨੂੰ ਤੁਸੀਂ ਕਿਵੇਂ ਬਰੀ ਕੀਤਾ, ਉਹਨੂੰ ਲਿਆਓ ਇੱਥੇ। ਉਹ ਕਿੱਥੇ ਆ? under the name of God, under the name of some sort of religious, you can say, doctrine, they were trying to teach us something there, but ਕੀਤਾ ਕੀ ਉਹਨਾਂ ਨੇ? ਇੱਕ ਐਸੀ ਜਿਹੜਾ ਐਕਚੁਅਲ ਲੈਵਲ ਤੇ ਉਹ ਗੱਲ ਕਰਦੇ, ਉਸ ਕਲਟ ਨੂੰ ਵੀ ਤੇ ਉਹਦਾ ਵੀ ਤੇ ਪਰਦਾਫਾਸ਼ ਕਰੋ ਨਾ, ਉਸ ਨੂੰ ਵੀ ਤੇ ਰਿਵੀਲ ਕਰੋ ਵੀ ਅਲਟੀਮੇਟਲੀ ਉਹਦੀ ਕੀ ਹਾਲਤ ਹੋਏਗੀ। ਜਿਹੜੇ ਸਾਰੇ ਗੁਨਾਹਾਂ ਦਾ ਜਿਹਨੇ ਟੀਚਾ ਲਿਆ ਸੀ, ਗੌਰਮੈਂਟ ਨੇ ਤੇ ਪਾਲਿਸੀਜ਼ ਬਣਾਈਆਂ। ਕੋਈ ਜਿਹੜਾ ਹੈਗਾ ਕਿਸੇ ਜਿਹਨਾਂ ਪਾਲਿਸੀਜ਼ ਨੂੰ ਕਿਸੇ ਨੇ ਐਡਵੋਕੇਸੀ ਕੀਤੀ, ਪਰ ਐਕਚੁਅਲੀ ਕਰਨ ਵਾਲੇ ਤੇ ਉਹ ਸੀ ਸਾਰੇ। ਅਫਰੀਕਾ 'ਚ ਵੀ ਦੀ ਬਾਤ ਹੋਈ, ਅਫਰੀਕਨ ਲੋਕਾਂ ਦਾ ਲਿਟਰੇਚਰ ਪੜ੍ਹੋ ਤੇ ਇਹ ਬਿਆਨ ਕਰਦੇ ਨੇ ਕਿ ਜਦੋਂ ਇੱਥੇ ਕਨਵਰਜਨ ਸ਼ੁਰੂ ਹੋਈ ਤੇ ਜਿਹੜੇ ਲੋਕ ਆਏ ਇੱਥੇ ਮਿਸ਼ਨਰੀਜ਼ ਬਣ ਕੇ, ਉਹਨਾਂ ਦੇ ਹੱਥਾਂ ਦੇ ਵਿੱਚ ਬਾਈਬਲ ਸੀਗੀਆਂ ਜਦੋਂ ਇੱਥੇ ਆਏ। ਤੇ ਹੋਇਆ ਕਿ ਜਦੋਂ ਇੱਥੇ ਉਹ ਪੂਰੇ ਦੇ ਪੂਰੇ ਪਸਰ ਗਏ, ਉਦੋਂ ਪਤਾ ਲੱਗਾ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਬਾਈਬਲ ਆ ਗਈ। ਤੇ ਜਿੰਨੀ ਸਾਡੀ ਜ਼ਮੀਨ ਜਾਇਦਾਦ ਪ੍ਰੋਪਰਟੀ ਸਭ ਕੁਝ ਉਹਨਾਂ ਕੋਲ ਚਲਾ ਗਿਆ। ਸਾਰੇ ਰਿਸੋਰਸਿਸ ਉਹ ਲੈ ਗਏ, ਅਸੀਂ ਸਿਰਫ ਉਸ ਇੱਕ ਚੀਜ਼ ਦੇ ਧਾਰ ਨਹੀਂ ਰਹਿ ਗਏ। ਸੋ ਇਹ ਚੀਜ਼ ਜਿਹੜੀ ਹੈ ਇਹ ਐਕਚੁਅਲੀ ਐਕਸਪਲੋਇਟੇਸ਼ਨ ਹੈ। ਇਸ ਨੂੰ ਤੁਸੀਂ ਕਿਸੇ ਦੀ ਅਪਲਿਫਟਿੰਗ ਨਹੀਂ, ਕਿਸੇ ਦਾ ਉਥਾਨ ਜਾਂ ਕਿਸੇ ਦੀ ਸੈਲਵੇਸ਼ਨ ਨਹੀਂ ਕਹਿ ਸਕਦੇ, ਕਲਿਆਣ ਨਹੀਂ ਕਹਿ ਸਕਦੇ। ਫਿਰ ਇਹ ਵੀ ਚੀਜ਼ ਆ, ਇੱਥੇ CBC ਦਾ ਇੱਕ ਵਾਰੀ ਪ੍ਰੋਗਰਾਮ ਮੈਂ ਸੁਣਿਆ, ਯਹੋਵਾਜ਼ ਵਿਟਨੈਸ ਦੇ ਉੱਤੇ। ਉਹਨਾਂ ਦੇ ਜਿਹੜੇ ਅੰਦਰ ਦੇ ਬੰਦੇ ਨੇ, ਉਹਨਾਂ ਨੇ ਜਿਹੜੇ ਡੋਰ ਟੂ ਡੋਰ ਕਰਦੇ ਨੇ, ਅਤੇ ਉਹ ਲੇਡੀ ਚਾਈਨਾ ਚਲੀ ਕਾਫੀ ਸਮਾਂ, ਅਤੇ ਉਹ ਕਹਿੰਦੀ ਵੀ ਮੈਂ ਚਾਈਨੀਜ਼ ਲੋਕਾਂ ਨੂੰ ਜਾ ਕੇ ਇਹ ਦੱਸਣਾ ਕਿ ਤੁਹਾਡੀ ਜ਼ਿੰਦਗੀ ਬੇਕਾਰ ਹੈ ਜਿੰਨੀ ਦੇਰ ਤੱਕ ਤੁਸੀਂ ਇਸ ਪੈਗੰਬਰ 'ਤੇ ਵਿਸ਼ਵਾਸ ਨਹੀਂ ਲਿਆਉਂਦੇ। ਤੁਹਾਨੂੰ ਪਤਾ ਇੱਥੋਂ ਤੁਹਾਨੂੰ ਸਵਰਗ ਮਿਲੇਗਾ, ਆਹ ਚੀਜ਼ਾਂ ਮਿਲਣਗੀਆਂ। ਅਤੇ ਕਹਿੰਦੀ ਹੱਦ ਹੋ ਗਈ, ਮੈਂ ਉਹਨਾਂ ਲੋਕਾਂ ਨੂੰ ਜਾ ਕੇ ਕੁਝ ਦੱਸ ਰਹੀ ਹਾਂ ਅਤੇ ਉਹ ਮੈਨੂੰ ਜਿਹੜਾ ਹੈਗਾ ਕਿਤੇ ਚਾਹ ਪਿਆ ਰਹੇ ਨੇ, ਕਿਤੇ ਕੁਛ ਕਰ ਰਹੇ ਨੇ। ਫਿਰ ਉਸ ਤੋਂ ਟਾਪ ਆਫ ਦੈਟ ਗੱਲ ਇਹ ਹੋਈ, ਮੈਂ ਇੱਕ ਦੋ ਵਾਰੀ ਥੋੜ੍ਹਾ ਸਿੱਕ ਫੀਲ ਕਰਦੀ ਸੀ, ਉਹਨੇ ਇੱਕ ਦੋ ਵਾਰੀ ਮੈਨੂੰ ਹੋਮ ਰੈਮੀਡੀਜ਼ ਦੱਸੀਆਂ, ਹੋਮ ਰੈਮੀਡੀਜ਼ ਬਣਾ ਕੇ ਦਿੱਤੀਆਂ। ਉਹ ਮੈਨੂੰ ਅਹਿਸਾਸ ਹੋਇਆ ਹੱਦ ਹੋ ਗਈ, ਮੈਂ ਇੰਨੀ ਡੰਮ ਆ, ਮੈਨੂੰ ਕੁਛ ਵੀ ਨਹੀਂ ਪਤਾ, ਇਹਨਾਂ ਨੂੰ ਸਾਰਾ ਕੁਛ ਪਤਾ, ਇਹ ਇੰਨੇ ਹੈਲਪਫੁਲ ਵੀ ਨੇ, ਅਤੇ ਮੈਂ ਇਹਨਾਂ ਨੂੰ ਕੀ ਕਰ ਰਹੀ ਹਾਂ, ਝੂਠ ਬੋਲ ਰਹੀ ਹਾਂ। ਕਹਿੰਦੀ ਮਾਈ ਕੌਨਸ਼ੀਅਸ ਡਜ਼ਨਟ ਅਲਾਓ ਮੀ ਟੂ ਡੂ ਦਿਸ ਜੋਬ ਐਨੀ ਮੋਰ। ਦੈਨ ਆਈ ਐਕਚੁਅਲੀ ਰਿਵੀਲ ਐਵਰੀਥਿੰਗ। ਮੈਂ ਕਿਹਾ ਵੀ ਇਹ ਚੀਜ਼ ਠੀਕ ਨਹੀਂ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਦੇਖਿਆ ਜਾਏ ਕਿ ਨੋ ਡਾਊਟ ਕ੍ਰਿਸਚੈਨਿਟੀ ਦੇ ਸਕੂਲ ਆਫ ਥਾਟ ਨੇ ਯੂਰਪ ਦੇ ਵਿੱਚ, ਮਿਡਲ ਈਸਟ ਦੇ ਵਿੱਚ ਰੈਵੋਲੂਸ਼ਨ ਲਿਆਂਦਾ, ਸਭ ਚੀਜ਼ਾਂ ਲਿਆਂਦੀਆਂ, ਪਰ ਉਹਨਾਂ ਨੂੰ ਉਸੇ ਹੀ ਤਵਾਜ਼ਨ ਵਿੱਚ ਰੱਖ ਕੇ ਤੋਲਿਆ ਜਾਏ ਅਤੇ ਉਸੇ ਤਰੀਕੇ ਨਾਲ ਪ੍ਰਸਾਰਿਆ ਜਾਏ। ਸਾਡੇ ਪੰਜਾਬ ਦੇ ਵਿੱਚ ਵੀ ਕਈ ਵਾਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਜਿਵੇਂ ਆਹੀ ਸ਼ਬਦ ਆ, ਜਗਦੀਸ਼ ਸ਼ਬਦ ਆਇਆ। ਇਸ ਸ਼ਬਦ ਦੀ ਇੰਟਰਪ੍ਰੀਟੇਸ਼ਨ ਨੂੰ ਕਈ ਵਾਰੀ ਇਹ ਕਰਦੇ, ਦੇਖੋ ਜੀ ਈਸ਼ਾ ਦੀ ਗੱਲ ਹੋ ਰਹੀ ਹੈ ਇਹਦੇ 'ਚ। ਹੁਣ ਇਹ ਕਿੰਨਾ ਕੁ ਵਧੀਆ ਵਾਜਬ ਢੰਗ ਹੈ, ਬਲਕਿ ਜਿਹਦੀ ਤੁਸੀਂ ਗੱਲ ਵੀ ਕਰ ਰਹੇ ਹੋ, ਜਿਹਨੂੰ ਤੁਸੀਂ ਇਸ਼ਟ ਵੀ ਮੰਨਦੇ ਹੋ, ਉਹਦੀ ਵੀ ਇਹਦੇ ਵਿੱਚ ਭਤਸਨਾ ਹੈ, ਉਹਦਾ ਵੀ ਤਿਰਸਕਾਰ ਆ। ਜਿਹੜਾ
ਜਗਦੀਸ਼ ਦਾ ਅਸਲ ਮਾਇਨਾ ਸ਼ਬਦ ਕੋਸ਼ਾਂ 'ਚ ਬਣਦਾ ਹੈ ਜਗਤ ਪਲੱਸ ਈਸ਼। ਈਸ਼ ਦਾ ਮਤਲਬ ਹੁੰਦਾ ਈਸ਼ਵਰ, ਈਸ਼ਵਰ ਆਲਮਾਈਟੀ ਸੁਪੀਰੀਅਰ। ਸਾਰੇ ਸੰਸਾਰ ਵਿੱਚ ਜਿਹਦੀ ਹੋਂਦ ਸੁਪੀਰੀਅਰ ਹੈ ਉਹ ਕੀ ਹੈ? ਉਹ ਕਰਤਾਰ ਆ, ਵਿਚ ਇਜ਼ ਨਥਿੰਗ ਐਂਡ ਵਿਚ ਇਜ਼ ਐਵਰੀਥਿੰਗ, ਜਿਹਨੂੰ ਅਸੀਂ ਸਰਗੁਣ ਤੇ ਨਿਰਗੁਣ ਦੇ ਰੂਪ ਵਿੱਚ ਦੇਖਦੇ ਹਾਂ। ਇੱਥੇ ਮਹਾਰਾਜ ਬਿਆਨ ਕਰਦੇ ਜਗਦੀਸ਼ ਸੇਵੋਂ ਮੈਂ ਅਵਰ ਨਾ ਕਾਜਾ, ਮੈਂ ਉਸੇ ਨਿਰਗੁਣ ਤੇ ਸਰਗੁਣ ਦੀ ਪੂਜਾ 'ਚ ਕਰਾਂ, ਮੇਰਾ ਹੋਰ ਕੋਈ ਕੰਮ ਨਾ ਹੋਏ। ਮਤਲਬ ਇਹ ਜੀਵਨ ਨੂੰ ਸਹੀ ਲੈਵਲ ਤੇ ਡਿਸਿਪਲਿਨ ਵਿੱਚ ਲੈ ਕੇ ਜਾਣਾ, ਇਹ ਮੇਰੇ ਮਕਸਦ ਆ, ਕਾਜ ਆ। ਇਸ ਕਾਜ ਨੂੰ ਕਰਦਿਆਂ ਹੋਇਆਂ ਬਾਕੀ ਸਾਰੇ ਕਾਜ ਉਹ ਆਪਣੇ ਆਪ ਹੋਣਗੇ ਥੋੜ੍ਹੇ ਥੋੜ੍ਹੇ। ਜਿਹੜੀ ਮੇਰੇ ਡਿਊਟੀਜ਼ ਮੈਂ ਆਈ ਵਿਲ ਫੋਲੋ ਆਲ ਦੋਜ਼ ਡਿਊਟੀਜ਼, ਬਟ ਜਿਹੜਾ ਮੇਨ ਕਾਜ ਇਹ ਹੈ ਮੈਂ ਮਨੁੱਖ ਦੇ ਲੈਵਲ ਤੋਂ ਨਾ ਡਿੱਗ ਜਾਵਾਂ, ਐਥੀਕਲੀ ਬੈਂਕਰਪਟ ਨਾ ਹੋ ਜਾਵਾਂ, ਮੇਰੀ ਕੌਂਸ਼ੀਅਸ ਕਦੀ ਮਰੇ ਨਾ ਕਿਸੇ ਲੈਵਲ ਤੇ ਵੀ। ਇਹ ਮੇਰਾ ਕਾਜ ਹੈ। ਅਗਲਾ ਬਚਨ ਹੈ ਅਨੰਦਿਨ ਆਨੰਦ ਹੋਵੇ ਮਨ ਮੇਰਾ ਹੈ। ਇੱਥੋਂ ਫਿਰ ਅਨੰਦਿਨ ਆਨੰਦ ਹੋਵੇ, ਜਿਹਨੂੰ ਅਸੀਂ ਖੁਸ਼ੀ ਲੱਭਦੇ, ਖੁਸ਼ੀ ਮੰਨਦੇ ਹਾਂ। ਇਹ ਫੀਲਿੰਗਸ ਨੇ ਸਾਡੀਆਂ, ਰਿਵਾਰਡ ਬੇਸਡ ਫੀਲਿੰਗ ਸਾਨੂੰ ਬੜਾ ਮਤਲਬ ਅਪੀਲ ਕਰਦੀਆਂ ਨੇ। ਕੋਈ ਚੀਜ਼ ਨਿਊਜ਼ ਮਿਲ ਗਈ ਚੰਗੀ, ਕੋਈ ਬੜਾ ਖੁਸ਼ ਹੋ ਗਿਆ ਮਨ ਇੱਕਦਮ, ਫਿਰ ਕਿਤੇ ਉਹ ਨਿਊਜ਼ ਕਿਤੇ ਉਹ ਮਤਲਬ ਉਸ ਤਰੀਕੇ ਨਾਲ ਥੋੜ੍ਹੀ ਜਿਹੀ ਡਿਫਰੈਂਟ ਮਿਲ ਗਈ, ਇੱਕਦਮ ਮਨ ਦੇ 'ਚ ਉਦਾਸੀ ਦੀ ਹਾਲਤ ਬਣ ਗਈ। ਮੈਂ ਇੱਥੇ ਜਾਰਜ ਬਰਾਊਨ ਕਾਲਜ ਪੜ੍ਹਦਾ ਸੀ ਅਤੇ ਇੱਕ ਵਾਰੀ ਗੱਲ ਹੋਈ, ਇੱਕ ਲੈਟਿਨ ਅਮੈਰੀਕਨ ਸਟੂਡੈਂਟ ਸਾਡੇ ਨਾਲ ਸੀਗਾ ਅਤੇ ਉਹਨੇ ਦੱਸਿਆ ਕਿ ਹਿਊਮਨ ਫੀਲਿੰਗ ਦਾ ਕੀ ਹਾਲ ਹੁੰਦਾ ਹੈ। ਕਹਿੰਦਾ ਕਿ ਮੇਰੇ ਡੈਡ ਨੇ ਮੈਨੂੰ ਕਾਲ ਕੀਤੀ ਅਤੇ ਕਹਿੰਦਾ ਰਾਈਟ ਵੇ ਆ ਜਾ। ਮੈਂ ਕਿਤੇ ਦੂਰ ਸੀਗਾ, ਮੈਂ ਕਿਹਾ ਨਹੀਂ ਮੈਂ ਕਹਿੰਦਾ ਬਸ ਸਭ ਕੁਛ ਛੱਡ ਆ ਜਾ। ਮੈਂ ਚਲਾ ਗਿਆ, ਮੈਂ ਕਿਹਾ ਕੀ ਹੋਇਆ, ਇਜ਼ ਐਵਰੀਥਿੰਗ ਓਕੇ? ਮੈਨੂੰ ਨੇ ਲਾਟਰੀ ਦੀ ਟਿਕਟ ਵਿਖਾਈ, ਕਹਿੰਦਾ ਦੇਖ। ਉਸ ਤੋਂ ਬਾਅਦ ਕੁਛ ਜਿਹੜਾ ਟਿਕਟ ਦਾ ਰਿਜ਼ਲਟ ਆਇਆ ਸੀ, ਨੰਬਰ ਦਿਖਾਇਆ, ਹਾਂ ਦੇਖ ਮੈਚ ਹੋ ਗਿਆ, ਗੱਲ ਬਣ ਗਈ, ਆਪਾਂ ਵਿਨਰ ਹੋ ਗਏ ਇਸ ਤਰੀਕੇ ਨਾਲ। ਉਹ ਕਹਿੰਦਾ ਮੈਂ ਲਾਟਰੀ ਦਾ ਨੰਬਰ ਦੇਖਿਆ, ਜਿਹੜਾ ਨੰਬਰ ਵਿਨਰ ਨੰਬਰ ਸੀਗਾ ਉਹਦੇ ਨਾਲ ਮੈਚ ਕੀਤਾ। ਮੈਂ ਕਿਹਾ ਡੈਡ ਦੇਰ ਇਜ਼ ਵਨ ਨੰਬਰ ਇਜ਼ ਮਿਸਿੰਗ, ਇੱਕ ਨੰਬਰ ਨਹੀਂ ਮੈਚ ਕਰਦਾ। ਕਹਿੰਦਾ ਮੈਂ ਉਹਦਾ ਹਾਲ ਦੇਖਿਆ, ਪਹਿਲਾਂ ਮੈਨੂੰ ਇਹ ਡਰ ਵੀ ਖੁਸ਼ੀ ਨਾਲ ਨਾ ਮਰ ਜੇ ਕਿਤੇ, ਇੰਨਾ ਖੁਸ਼ ਹੋਇਆ ਇਹਨੂੰ ਹਾਰਟ ਅਟੈਕ ਹੋਣ ਨੂੰ ਫਿਰਦਾ। ਕਹਿੰਦੇ ਜਦੋਂ ਮੈਂ ਇਹ ਗੱਲ ਦੱਸੀ ਹੁਣ ਮੈਨੂੰ ਦੂਸਰਾ ਡਰ ਪੈ ਗਿਆ ਵੀ ਹੁਣ ਨਾ ਮਰ ਜੇ ਕਿਤੇ, ਕਿਉਂਕਿ ਉਹਦੀ ਹਾਲਤ ਸੋਫੇ ਤੋਂ ਥੱਲੇ ਡਿੱਗ ਗਿਆ, ਉਹ ਬਹਿ ਨਾ ਸਕੇ। ਹੁਣ ਜਿਹੜੀ ਇਸ ਕਿਸਮ ਦੀ ਸਟੇਜ ਹੈ, ਇਹ ਕੀ ਹੈ? ਇੱਕ ਫੀਲਿੰਗ ਇਸ ਲੈਵਲ ਤੇ ਲੈ ਕੇ ਜਾ ਰਹੀ। ਦੂਜੀ ਬੰਦੇ ਇਹ ਧਰਤੀ ਤੇ ਨਾ ਕੁਝ ਨਾਲ ਆਇਆ ਨਾ ਕੁਝ ਨਾਲ ਜਾਣਾ, ਗੁਜਰਾਨ ਹੈ ਜੀਵਨ। ਇਹਦੇ 'ਚ ਜਿਹੜੀ ਚੀਜ਼ ਤੇਰੇ ਨਾਲ ਜਾਣੀ ਹੈ ਉਹ ਹੈ ਆਲੇ ਦੁਆਲੇ ਤੇ ਕੀਤੇ ਹੋਏ ਤੇਰੇ ਉਹ ਕੰਮ ਜਿਨ੍ਹਾਂ 'ਚ ਦੁਆਵਾਂ ਨੇ ਜਾਂ ਜਿਨ੍ਹਾਂ 'ਚ ਬਦਦੁਆਵਾਂ ਨੇ, ਜਿਨ੍ਹਾਂ 'ਚ ਅਸੀਸਾਂ ਨੇ ਜਾਂ ਜਿਨ੍ਹਾਂ 'ਚ ਦੁਰ ਅਸੀਸਾਂ ਨੇ, ਜਿਨ੍ਹਾਂ ਨੂੰ ਫੀਲ ਵੇਖ ਕੇ ਅੰਦਰ ਫੀਲ ਹੁੰਦਾ ਕਿ ਭਲੇ ਦਾ ਕੰਮ ਹੋਇਆ ਜਾਂ ਅੰਦਰ ਫੀਲ ਹੁੰਦਾ ਬੁਰਾਈ ਹੋ ਗਈ ਹੈ। ਸਾਹਿਬ ਬਿਆਨ ਕਰਦੇ ਅਨੰਦਿਨ ਆਨੰਦ ਹੋਇਆ ਮਨ ਮੇਰਾ। ਜਦੋਂ ਐਥੀਕਲੀ ਮਨ ਉਸ ਲੈਵਲ ਤੇ ਜਾ ਰਿਹਾ ਆ, ਫਿਰ ਆਨੰਦ ਦੀ ਅਵਸਥਾ ਹੈ। ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਮੈਂ ਗੁਰੂ ਵੱਲ ਮੂੰਹ ਕਰਕੇ ਮੈਂ ਤੇਰਾ ਨਾਮ ਮੰਗਦਾ ਤੇ ਮੈਨੂੰ ਇਹ ਵੀ ਪਤਾ ਹੈ ਤੂੰ ਬੜਾ ਬੇਅੰਤ ਹੈ, ਤੂੰ ਨਿਵਾਜ ਦੇਣਾ ਹੈ। ਨਿਵਾਜਣ ਦਾ ਮਤਲਬ ਹੁੰਦਾ ਹੈ when someone is asking something and the person who is actually able to give, if that person is allow or actually play role as a giver, that is a ਨਿਵਾਜਣਾ। ਇਹ ਹੈ ਨਿਵਾਜਣਾ। ਤੂੰ ਗਿਵਰ ਆ, ਤੂੰ ਦਾਤਾ ਆ, ਤੂੰ ਨਿਵਾਜ ਸਕਦਾ ਆ। ਸਾਹਿਬ ਰਹਿਮਤ ਕਰਨ। ਇਸ ਸ਼ਬਦ ਦੇ ਸਰਾਹਾਓ ਤੇ ਬੰਦ ਵਿੱਚੋਂ ਸਾਨੂੰ ਇਹ ਸਿੱਖਿਆ ਮਿਲ ਰਹੀ ਹੈ। ਇਹਦੀ ਵਿਚਾਰ ਅਸੀਂ ਅੱਜ ਇੱਥੇ ਸਮਾਪਤ ਕਰ ਰਹੇ ਹਾਂ। ਬੀਤਾ ਸ਼ਬਦ ਰਹਿੰਦਾ ਸ਼ਬਦ ਬੀਤੇ ਆਉਂਦੇ ਕੱਲ੍ਹ ਵਿਚਾਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ ਹੈ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ ਸਮਾਪਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।